ਸਭ ਤੋਂ ਪਹਿਲੀ ਖਬਰ ਕੈਨੇਡਾ ਦੇ ਵਿੱਚ ਜਿਹੜੀ ਬੱਚਿਆਂ ਦੀ ਦਵਾਈ ਆ, ਬੁਖਾਰ ਦੀ ਦਵਾਈ ਆ, ਉਹਦੀ ਘਾਟ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ। ਬਹੁਤ ਵਾਰੀ ਅਸੀਂ ਚਰਚਾ ਕੀਤੀ ਇਸ ਮੁੱਦੇ ਦੇ ਉੱਤੇ। ਤੁਸੀਂ ਕਿਸੇ ਡਰੱਗ ਸਟੋਰ ਦੇ ਉੱਤੇ ਚਲੇ ਜਾਓ, ਵਾਲਮਾਰਟ, ਸ਼ੌਪਰਸ ਦੇ ਉੱਤੇ ਚਲੇ ਜਾਓ, ਕਿਸੇ ਵੀ ਫਾਰਮੇਸੀ ਦੇ ਉੱਤੇ ਚਲੇ ਜਾਓ, ਉੱਥੇ ਜਾ ਕੇ ਤੁਸੀਂ ਟਾਈਨੋਲ ਪੁੱਛੋ ਕਿ ਸਾਨੂੰ ਜਿਹੜੀ ਟਾਈਨੋ ਚਾਹੀਦੀ ਆ, ਟਾਈਲਨੋਲ ਚਾਹੀਦੀ ਆ, ਜਿਹੜੀ ਕਿ ਅਸੀਟਾਮਿਨੋਫੇਨ ਆ ਬੁਖਾਰ ਲਾਉਣ ਦੇ ਲਈ, ਉੱਥੋਂ ਨਹੀਂ ਮਿਲਦੀ। ਖਾਸ ਕਰ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ। ਜਾਂ ਉਹਨਾਂ ਨੂੰ ਤੁਸੀਂ ਜਿਹੜਾ ਆਈਬੂਪ੍ਰੋਫਨ ਆ ਉਹ ਪੁੱਛ ਲਓ, ਉਹ ਵੀ ਉੱਥੋਂ ਨਹੀਂ ਮਿਲਦੀ, ਕਿਉਂਕਿ ਜਿਹੜੀ ਮੋਰਟਨ ਹੁੰਦੀ ਆ ਜਾਂ ਦਰਦ ਦੀ ਦਵਾਈ ਹੁੰਦੀ ਆ ਆਮ ਤੌਰ ਦੇ ਉੱਤੇ, ਉਹ ਵੀ ਨਹੀਂ ਮਿਲ ਰਹੀ। ਕਾਰਨ ਕਈ ਦੱਸਦੇ ਆ ਇਹਦਾ ਕਿ ਕ੍ਰਾਈਸਿਸ ਦੇ ਕਈ ਕਾਰਨ ਆ, ਕਈ ਚੀਜ਼ਾਂ ਇਹਦੀਆਂ ਪਿੱਛੋਂ ਸਪਲਾਈ ਨਹੀਂ ਆ ਰਹੀ, ਕੰਪਨੀਆਂ ਦੇ ਵਿੱਚ ਕੋਈ ਉਹਦਾ ਪ੍ਰੋਡਕਸ਼ਨ ਦਾ ਇਸ਼ੂ ਆ ਗਿਆ, ਕਈ ਫੈਕਟਰ ਦੱਸੇ ਜਾ ਰਹੇ ਆ। ਹੁਣ ਲੋਕ ਇਹ ਸਵਾਲ ਕਰਦੇ ਆ ਵੀ ਬਾਰਡਰ ਦੇ ਦੂਜੇ ਪਾਸੇ ਚਲੇ ਜਾਓ, ਇੱਥੇ ਬਲੇਨ ਚਲੇ ਜਾਓ, ਜਾ ਕੇ ਆਪਾਂ ਸਰੀ ਤੋਂ ਬਲੇਨ ਕਿੰਨੀ ਕੁ ਦੂਰ ਆ, ਉੱਥੇ ਜਾ ਕੇ ਚਲੇ ਜਾਓ, ਉੱਥੋਂ ਮਿਲ ਜਾਂਦੀ ਹੈ, ਉੱਥੋਂ ਤੁਸੀਂ ਲੈ ਸਕਦੇ। ਅਮਰੀਕਾ 'ਚ ਕੋਈ ਬਹੁਤੀ ਘਾਟ ਨਹੀਂ ਆ, ਆਸਟ੍ਰੇਲੀਆ 'ਚ ਕੋਈ ਘਾਟ ਨਹੀਂ ਆ। ਵੀ ਇਹ ਕੈਨੇਡਾ ਦੇ ਵਿੱਚ ਹੀ ਘਾਟ ਕਿਉਂ ਆ? ਕੀ ਇਹਨਾਂ ਨੂੰ ਸਪਲਾਈ ਜਿਹੜੀ ਕਰਾਉਣੀ ਆ ਉਹਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਸਪਲਾਈ ਸਹੀ ਕਰ ਨਹੀਂ ਸਕੇ? US ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਲਗਾਤਾਰ ਜਿਹੜੀ ਸਪਲਾਈ ਆ ਇਹਦੀ ਚੱਲਦੀ ਆ ਰਹੀ। ਕਮੀ ਉੱਥੇ ਵੀ ਆਈ ਸੀ, ਇਹ ਨਹੀਂ ਹੈ ਕਿ ਉੱਥੇ ਕਮੀ ਨਹੀਂ ਸੀ, ਅਮਰੀਕਾ ਦੇ ਵਿੱਚ ਵੀ ਕਮੀ ਸੀਗੀ, ਪਰ ਉਹ ਠੀਕ ਠਾਕ ਹੋ ਗਈ ਆ। ਹੁਣ ਜਿਹੜਾ ਇਹ ਅਸੀਟਾਮਿਨੋਫੇਨ ਤੇ ਆਈਬੂਪ੍ਰੋਫਨ ਆ, ਇਹ ਐਡਵਿਲ ਜਿਹਨੂੰ ਕਹਿੰਦੇ ਆ ਅਸੀਂ, ਇਹ ਡਰੱਗ ਸਟੋਰਸ ਦੇ ਉੱਤੇ ਨਾ ਮਿਲਣ ਦਾ ਕਾਰਨ ਜਿਹੜੀ ਬਾਈਲਿੰਗੁਅਲ ਇਹਦੇ ਉੱਤੇ ਇੰਡੀਕੇਸ਼ਨਸ ਹੁੰਦੀਆਂ ਜਾਂ ਭਾਸ਼ਾਵਾਂ ਲਿਖੀਆਂ ਜਾਂਦੀਆਂ, 2 ਫ੍ਰੈਂਚ ਤੇ ਅੰਗਰੇਜ਼ੀ, ਉਹ ਦੱਸਦੇ ਆ। ਭਾਸ਼ਾ ਦਾ ਹੁਣ ਇਹਦੇ ਨਾਲ ਕੀ ਸੰਬੰਧ ਆ? ਅਮਰੀਕਾ ਦੇ ਵਿੱਚ ਤੁਸੀਂ ਟਾਈਲਨੋਲ ਲੈਣੀ ਆ ਬਿਨਾਂ ਪ੍ਰੋਬਲਮ ਤੋਂ ਤੁਸੀਂ ਲੈ ਸਕਦੇ ਆ, ਤੇ ਇੱਥੇ ਸਮੱਸਿਆ ਇਹ ਆ ਰਹੀ ਵੀ ਜਦੋਂ ਜਿਹੜਾ ਲੇਬਲ ਹੁੰਦਾ, ਤੁਸੀਂ ਧਿਆਨ ਨਾਲ ਦੇਖੋ, ਜਿਹੜੀ ਟਾਈਨੋ ਦੀ ਸ਼ੀਸ਼ੀ ਹੁੰਦੀ ਆ ਬੱਚਿਆਂ ਦੀ, ਉਹਦੇ ਉੱਤੇ 2 ਭਾਸ਼ਾਵਾਂ ਲਿਖੀਆਂ ਹੁੰਦੀਆਂ, ਇੱਕ ਫ੍ਰੈਂਚ ਲਿਖੀ ਹੁੰਦੀ ਆ ਤੇ ਦੂਜੇ ਪਾਸੇ ਅੰਗਰੇਜ਼ੀ ਲਿਖੀ ਹੁੰਦੀ ਆ, ਕਿਉਂਕਿ ਸਾਡੀਆਂ 2 ਇੱਥੋਂ ਦੀਆਂ ਮੁੱਖ ਭਾਸ਼ਾਵਾਂ ਆ। ਤੇ ਉਹ ਇੱਕ ਸ਼ਰਤ ਵੀ ਹੈ ਸ਼ਾਇਦ ਕੈਨੇਡਾ ਦੀ ਕਿ ਕਿਸੇ ਵੀ ਦਵਾਈ ਦੇ ਉੱਤੇ 2ਵਾਂ ਭਾਸ਼ਾਵਾਂ ਦੇ ਵਿੱਚ ਜਾਣਕਾਰੀ ਦੇਣੀ ਜ਼ਰੂਰੀ ਹੈ, ਕਿਉਂਕਿ ਅਸੀਂ 2ਵਾਂ ਭਾਸ਼ਾਵਾਂ ਨੂੰ ਬਰਾਬਰ ਦੀ ਮਾਨਤਾ ਦਿੰਦੇ ਆ। ਉਹ ਹੁਣ ਜਿਹੜਾ ਵੀ ਜਿੱਥੇ ਵੀ ਕੋਈ ਕੰਪਨੀ ਬਣਾ ਰਹੀ ਹੈ ਇਹ, ਆਸਟ੍ਰੇਲੀਆ ਨੂੰ ਤੇ ਉਹ ਦੇ ਦਿੰਦੀ, ਉਹਨਾਂ ਨੂੰ ਇੱਕੋ ਹੀ ਭਾਸ਼ਾ ਚਾਹੀਦੀ ਆ। ਅਮਰੀਕਾ ਨੂੰ ਉਹ ਦਵਾਈ ਦੇ ਦਿੰਦੀ ਕਿਉਂਕਿ ਉਹਨਾਂ ਨੂੰ ਇੱਕੋ ਹੀ ਭਾਸ਼ਾ ਚਾਹੀਦੀ ਆ। ਹੈਲਥ ਕੈਨੇਡਾ ਦਾ ਜਿਹੜਾ ਰੈਗੂਲੇਸ਼ਨਸ ਆ, ਇਹ ਚਾਹੁੰਦਾ ਆ ਕਿ ਇਹਦੇ ਉੱਤੇ ਲੇਬਲ ਦੇ ਉੱਤੇ 2ਵੇਂ ਭਾਸ਼ਾਵਾਂ ਲਿਖੀਆਂ ਹੋਣ, ਅੰਗਰੇਜ਼ੀ ਵੀ ਲਿਖੀ ਹੋਵੇ ਤੇ ਫ੍ਰੈਂਚ ਵੀ ਲਿਖੀ ਹੋਵੇ। ਹੁਣ ਉਹ ਪ੍ਰੋਸੈਸ ਨੂੰ ਟਾਈਮ ਲੱਗ ਰਿਹਾ। ਕਿੱਥੇ ਤੇ ਇੱਕ ਲੇਬਲ ਦੇ ਉੱਤੇ ਇੱਕੋ ਭਾਸ਼ਾ ਲਿਖਣੀ ਆ ਤੇ ਉਹਦੇ ਨਾਲ ਸਾਰੀ ਪ੍ਰੋਡਕਸ਼ਨ ਹੋਣੀ ਆ, ਦੂਜੇ ਪਾਸੇ ਉਹਦੇ ਬਰਾਬਰ ਜਿਹੜੀ ਉਹ ਤੁਹਾਡੀ ਸ਼ੀਸ਼ੀ ਵੀ ਆ ਤੇ ਜਾਂ ਬਾਹਰਲਾ ਉਹਦਾ ਕਾਰਟੂਨ ਜਿਹਾ ਆ ਉਹ ਵੀ ਆ, ਉਹ ਸਾਰੇ ਡੱਬੇ ਦੇ ਉੱਤੇ 2 ਭਾਸ਼ਾਵਾਂ ਲਿਖੀਆਂ ਜਾਣੀਆਂ। ਉਹ ਜਿਹੜੀ ਡਿਸਪਲੇ ਕਰਨੇ ਉਹਦੇ ਇਨਗਰੀਡੀਐਂਟਸ 2ਵਾਂ ਭਾਸ਼ਾਵਾਂ ਦੇ ਵਿੱਚ, ਜਾਂ ਉਹਦੇ ਤੇ ਵਾਰਨਿੰਗਸ ਹੁੰਦੀਆਂ ਕਿ ਇੰਨੇ ਸਾਲ ਦੇ ਬੱਚੇ ਨੂੰ ਤੁਸੀਂ ਇੰਨੀ ਦੇ ਸਕਦੇ ਆ, ਇੰਨੀ ਬੋਡੀ ਵੇਟ ਵਾਲੇ ਬੱਚੇ ਨੂੰ ਤੁਸੀਂ ਇਹਦੀ ਇੰਨੀ ਦੇ ਸਕਦੇ ਆ। ਉਹ ਸਾਰੀਆਂ ਵਾਰਨਿੰਗ 2ਵਾਂ ਭਾਸ਼ਾਵਾਂ 'ਚ ਚਾਹੀਦੀਆਂ। ਤੇ ਉਹਦਾ ਆਇਡੈਂਟੀਫਿਕੇਸ਼ਨ ਨੰਬਰ ਵੀ ਹੁੰਦਾ, ਇੱਕ ਡਰੱਗ ਆਇਡੈਂਟੀਫਿਕੇਸ਼ਨ ਨੰਬਰ, ਉਹ ਜਿਹੜਾ ਆ ਤਾਂ ਉਹਦੀ ਉਹ ਅਪਰੂਵ ਹੁੰਦਾ ਜਦੋਂ ਉਹ 2ਵਾਂ ਭਾਸ਼ਾਵਾਂ ਦੇ ਵਿੱਚ ਹੋਵੇ। ਹੁਣ ਪਤਾ ਲੱਗਿਆ ਕਿ ਇਹ ਇੱਕ ਵੱਡੀ ਸਮੱਸਿਆ ਬਣ ਰਹੀ ਆ ਕਿ ਕੈਨੇਡਾ ਦੇ ਵਿੱਚ ਬੱਚਿਆਂ ਦੇ ਬੁਖਾਰ ਦੀ ਦਵਾਈ ਨਹੀਂ ਮਿਲ ਰਹੀ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਬਰਾਬਰ ਮਿਲਣੀ ਸ਼ੁਰੂ ਹੋ ਗਈ ਹੈ। ਹੁਣ ਕਹਿੰਦੇ ਡਿਸੀਜਨ ਲਊਗੀ ਹੈਲਥ ਕੈਨੇਡਾ ਇਸ ਮਾਮਲੇ ਦੇ ਉੱਤੇ ਕਿ ਇਸ ਰੈਗੂਲੇਸ਼ਨ ਨੂੰ ਜਿਹੜਾ ਵੇਵ ਕਰ ਦਈਏ, ਇਹਨੂੰ ਪਾਸੇ ਕਰ ਦਈਏ ਕਿ ਸਾਨੂੰ ਇਹ ਨਹੀਂ ਚਾਹੀਦੀ, ਥੋੜ੍ਹੇ ਸਮੇਂ ਦੇ ਲਈ ਤੁਸੀਂ ਸਾਨੂੰ ਸਿੱਧੀ ਅੰਗਰੇਜ਼ੀ ਵਾਲੀ ਉਹ ਦੇ ਦਿਓ, ਘੱਟੋ ਘੱਟ ਲੋਕਾਂ ਨੂੰ ਬੁਖਾਰ ਦੀ ਦਵਾਈ ਤਾਂ ਮਿਲੂਗੀ। ਕਿ ਜਿਹੜੀ ਇੰਪੋਰਟੇਸ਼ਨ ਆ ਉੱਥੋਂ ਇੰਪੋਰਟ ਕੀਤੀ ਜਾਵੇ। ਤੇ ਹਾਲਾਂਕਿ ਇਹਦੇ ਉੱਤੇ ਕੋਈ ਡਿਸੀਜਨ ਹਜੇ ਤੱਕ ਨਹੀਂ ਬਣਿਆ, ਪਰ ਇਹ ਆ ਕਿ ਉਹਨੂੰ ਤੁਸੀਂ ਇੰਪੋਰਟ ਕਰ ਲਓ, ਪਰ ਤੁਸੀਂ ਇੰਪੋਰਟ ਕਰ ਨਹੀਂ ਸਕਦੇ ਜੇ ਹੁਣ ਵਾਲੇ ਰੈਗੂਲੇਸ਼ਨ ਰੱਖਣੇ ਆ। ਹੁਣ ਵਾਲੇ ਰੈਗੂਲੇਸ਼ਨ ਦੇ ਹਿਸਾਬ ਨਾਲ 2 ਭਾਸ਼ਾਵਾਂ ਚਾਹੀਦੀਆਂ, ਨਾ ਆਸਟ੍ਰੇਲੀਆ 2 ਭਾਸ਼ਾਵਾਂ ਲਿਖਦਾ ਤੇ ਨਾ ਅਮਰੀਕਾ 2 ਭਾਸ਼ਾਵਾਂ ਲਿਖਦਾ। ਦੋਵਾਂ ਕੋਲੋਂ ਦਵਾਈ ਲਈ ਜਾ ਸਕਦੀ ਹੈ। ਉੱਤੋਂ ਹੁਣ ਸਰਦੀਆਂ ਆ ਚੁੱਕੀਆਂ ਆ ਤੇ ਸਰਦੀਆਂ ਦੇ ਵਿੱਚ ਜੋ ਕੁਛ ਜਿਹੜਾ ਕੋਵਿਡ ਆਊਟਬ੍ਰੇਕਸ ਤੇ ਜਿਹੜਾ RSV ਦੱਸਦੇ ਆ ਤੇ ਜਿਹੜਾ ਫਲੂ ਦੱਸਦੇ ਆ, ਇਹ ਸਾਰੇ ਕੁਛ ਦੇ ਨਾਲ ਜਿੰਨੀਆਂ ਸਰਜਰੀਜ਼ ਬੈਕਲੌਗ ਦੇ ਵਿੱਚ ਪਈਆਂ, ਸਾਰੀ ਦੀ ਸਾਰੀ ਪੇਨ ਮੈਡੀਕੇਸ਼ਨ ਇਸ ਵੇਲੇ ਸ਼ਾਰਟੇਜ ਚੱਲ ਰਹੀ ਹੈ। ਕੋਲਡ ਫਲੂ ਸੀਜ਼ਨ ਆ ਜਿਹੜਾ ਐਂਟੀਸਪੇਟ ਵੀ ਕੀਤਾ ਜਾ ਰਿਹਾ ਹੈ ਇਸ ਸਾਲ ਦੇ ਵਿੱਚ। ਹੈਲਥ ਕੈਨੇਡਾ ਨੇ ਆਪਣੀ ਈਮੇਲ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਬਾਈਲਿੰਗੁਅਲ ਲੇਬਲਿੰਗ ਦੇ ਇਸ ਨਿਯਮ ਨੂੰ ਬਦਲਣ ਦੀ ਗੱਲਬਾਤ ਕੀਤੀ ਆ ਤੇ ਵੀ ਕਿਹਾ ਕਿ ਅਸੀਂ ਇਹਦੀ ਸਪਲਾਈ ਇਸ ਮੈਡੀਕੇਸ਼ਨ ਦੀ ਲਗਾਤਾਰ ਵਧਾ ਰਹੇ ਹਾਂ। ਤੇ ਦੂਜੇ ਪਾਸੇ ਅਸੀਂ US ਤੇ ਆਸਟ੍ਰੇਲੀਆ ਤੋਂ ਇੰਪੋਰਟ ਕਰਨ ਵਾਲੇ ਸੋਚ ਰਹੇ ਹਾਂ ਤਾਂ ਕਿ ਉਹਨੂੰ ਇੰਪੋਰਟ ਕਰਕੇ ਹਸਪਤਾਲਾਂ ਦੇ ਵਿੱਚ ਡਿਸਟਰੀਬਿਊਟ ਕੀਤਾ ਜਾ ਸਕੇ। ਇਹਨਾਂ ਨੇ ਹੁਣੀ ਜਿਹੜੀ ਇਹਦੀ ਅਪਰੂਵ ਵੀ ਕੀਤਾ ਹੈਲਥ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ, ਜਿਹੜੀ ਐਕਸੈਪਸ਼ਨਲ ਇੰਪੋਰਟੇਸ਼ਨ ਆ ਇਹਦੀ ਆਈਬੂਪ੍ਰੋਫਨ ਦੀ US ਤੋਂ ਤੇ ਸੀਟਾਮਿਨੋਫੇਨ ਦੀ ਆਸਟ੍ਰੇਲੀਆ ਤੋਂ, ਤਾਂ ਕਿ ਸਪਲਾਈ ਚੇਨ ਨੂੰ ਬਰਾਬਰ ਰੱਖਿਆ ਜਾ ਸਕੇ। ਸੋ ਇੱਕ ਵੱਡੀ ਸਮੱਸਿਆ ਜਿਹੜੀ ਹੁਣ ਪਤਾ ਲੱਗੀ ਹੈ ਇਹਨਾਂ ਫਾਰਮੇਸੀਜ਼ ਵਿੱਚ ਆ ਕੇ ਰਹੀ ਹੈ ਕਿ ਭਾਸ਼ਾ ਇੱਕ ਸਮੱਸਿਆ ਬਣ ਰਹੀ ਹੈ। ਜੇਕਰ ਸਿੱਧੀ ਅੰਗਰੇਜ਼ੀ ਦੇ ਵਿੱਚ ਹੀ ਚਾਹੀਦਾ ਹੋਵੇ, ਹਾਲਾਂਕਿ ਦੇ ਸਪਲਾਈ ਹਜੇ ਵੀ ਕਰ ਰਹੇ ਆ,
ਜਿਹੜਾ ਹੈਲਥ ਕੈਨੇਡਾ ਆ ਉਹਨਾਂ ਦਾ ਪੂਰਾ ਜ਼ੋਰ ਲੱਗਿਆ, ਸਪਲਾਈ ਹੋ ਗਈ ਆ, ਪਿੱਛੋਂ ਆਉਣੀ ਸ਼ੁਰੂ ਹੋ ਗਈ, ਪਰ ਉਹਨੇ ਠੀਕ ਹੁੰਦੀ ਨੇ ਵੀ ਕਾਫੀ ਚਿਰ ਲਾ ਦੇਣਾ। ਤੇ ਉਹਨਾਂ ਚਿਰ ਹੱਲ ਇਹ ਆ ਵੀ ਇੱਥੋਂ ਲਿਆ ਕੇ ਤੁਸੀਂ ਉਹਨੂੰ ਯੂਜ਼ ਕੀਤਾ ਜਾ ਸਕੇ। ਹਾਲਾਂਕਿ ਹੋਰ ਵੀ ਬਹੁਤ ਸਾਰੇ ਇਹਨਾਂ ਨੇ ਹੱਲ ਦੱਸੇ ਸੀ, ਕਿਹੜੇ ਡਾਕਟਰਸ ਨੇ, ਜਿਹੜੇ ਫਾਰਮਾਸਿਸਟ ਨੇ, ਉਹਨਾਂ ਦੇ ਕੋਲੇ ਹੁੰਦੀ ਆ, ਤੇ ਉਹਨੂੰ ਫਿਰ ਇਹ ਕਿਸੇ ਨਾ ਕਿਸੇ ਤਰ੍ਹਾਂ ਉਹ ਜਿੰਨੀ ਪੋਟੈਂਸੀ ਦੀ ਚਾਹੀਏ ਕਿਸੇ ਬੰਦੇ ਨੂੰ, ਕਿਉਂਕਿ ਉਹਦੇ ਇੱਦਾਂ ਹੁੰਦਾ ਕਿ ਇੰਨੇ ਮਿਲੀਗ੍ਰਾਮ ਇੰਨੇ ਵੇਟ ਵਾਲੇ ਬੱਚੇ ਨੂੰ ਚਾਹੀਦੀ ਆ, ਤੇ ਉਹ ਜਿਹੜੀ ਦੂਜੀ ਹੁੰਦੀ ਉਹਨੂੰ ਬਣਾ ਕੇ ਫਿਰ ਤੁਹਾਨੂੰ ਸਪੈਸ਼ਲ ਦੇ ਦਿੰਦੇ ਆ। ਔਰ ਰੈਸਪੀਰੇਟਰੀ ਇਲਨੈਸ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਵਧੀ ਹੈ। ਹਸਪਤਾਲਾਂ ਦੇ ਵਿੱਚ ਰਸ਼ ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਆ, ਖਾਸ ਕਰ ਬੱਚਿਆਂ ਦੇ ਹਸਪਤਾਲ ਵਿੱਚ। ਆ ਜਿਹੜਾ ਲੰਘਿਆ ਐਤਵਾਰ ਆ, ਵੈਨਕੂਵਰ ਦੇ ਵੈਨਕੂਵਰ ਦੇ ਵਿੱਚ BC ਚਿਲਡਰਨ ਹਸਪੀਟਲ ਆ, ਕੈਨੇਡਾ ਦਾ ਇੱਕ ਮੰਨਿਆ ਮਤਲਬ ਹਸਪੀਟਲ ਦੇ ਵਿੱਚੋਂ ਬੱਚਿਆਂ ਦਾ ਹਸਪੀਟਲ ਆ ਉਹਦੇ ਵਿੱਚ 9 ਘੰਟੇ ਵੇਟ ਸੀ। ਤੁਹਾਡਾ ਨਿਆਣਾ ਬਿਮਾਰ ਹੋ ਜਾਂਦਾ, ਹਸਪਤਾਲ ਦੇ ਵਿੱਚ ਦਿਖਾ ਲੈਣ ਜਾਂਦੇ ਆ, 9 ਘੰਟੇ ਬਾਅਦ ਡਾਕਟਰ ਦੇਖਦਾ ਉਹਨੂੰ। ਇਹ ਹਾਲਤ ਆ ਸੰਡੇ ਸੀਗੀ, ਤੇ ਹੁਣ ਵੀ ਲਗਭਗ ਇਹੀ ਹਾਲਤ। ਉਹਦਾ ਕਾਰਨ ਕੀ ਆ ਕਿ ਬਹੁਤੇ ਕੇਸਿਸ ਜਿਹੜੇ ਸੀਗੇ ਉਹ ਤੁਹਾਡੇ ਘਰ ਦੇ ਵਿੱਚ ਹੀ ਠੀਕ ਹੋ ਜਾਂਦੇ ਸੀ। ਕਿਸੇ ਨੂੰ ਫਲੂ ਹੁੰਦਾ, ਜ਼ੁਕਾਮ ਹੁੰਦਾ, ਖਾਂਸੀ ਹੁੰਦੀ ਆ, ਉਹਨੂੰ ਟਾਈਨੋ ਦੇ ਦਿੰਦੇ ਆ, ਉਹਦੇ ਨਾਲ ਬੱਚਾ ਠੀਕ ਹੋ ਜਾਂਦਾ। ਹੁਣ ਘਰ ਦੇ ਵਿੱਚ ਟਾਈਨੋ ਹੈ ਨਹੀਂ, ਤੇ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਆ ਇਹਦੀ ਸ਼ਾਰਟੇਜ ਦਾ ਉਹ ਹਸਪਤਾਲਾਂ ਦੇ ਉੱਤੇ ਪੈ ਰਿਹਾ, ਤੇ ਐਮਰਜੈਂਸੀ ਰੂਮਸ ਦੇ ਵਿੱਚ ਲਗਾਤਾਰ ਔਰ ਬੋਝ ਪੈ ਰਿਹਾ। ਔਰ ਇਹ ਆ ਕਿ ਡਾਕਟਰ ਕਹਿੰਦੇ ਸੀ ਪਿਛਲੇ 20 ਸਾਲਾਂ ਦੇ ਵਿੱਚ ਇੰਨਾ ਹਸਪਤਾਲਾਂ ਦੇ ਵਿੱਚ ਰਸ਼ ਨਹੀਂ ਦੇਖਿਆ, ਔਰ ਇਹ ਹੈ ਇੰਨਾ ਭੈੜਾ ਫਲੂ ਕਿ ਕਿੰਨੇ ਦਿਨ ਹਟਦਾ ਹੀ ਨਹੀਂ। ਲਗਾਤਾਰ ਮਤਲਬ ਨਿਆਣੇ ਇਹਦੇ ਨਾਲ ਬਿਮਾਰ ਹੋ ਰਹੇ ਆ, ਔਰ ਉਹਦਾ ਖਾਸ ਕਰ ਜਿਹੜੇ 2 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਆ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਸਮੱਸਿਆ ਜਿਹੜੀ ਰੈਸਪੀਰੇਟਰੀ ਇਲਨੈਸ ਆ, ਸਾਹ ਦੀ ਜਿਹੜੀ ਸਮੱਸਿਆ ਉਹ ਆ ਰਹੀ ਹੈ। ਹੁਣ ਮੈਜੋਰਿਟੀ ਜਿਹੜੀ ਇਲਨੈਸ ਆ ਘਰ ਦੇ ਵਿੱਚ ਟਰੀਟ ਕਰ ਲਈ ਜਾਂਦੀ ਸੀ ਟਾਈਨੋ ਦੇ ਨਾਲ ਜਾਂ ਆਈਬੂਪ੍ਰੋਫਨ ਦੇ ਐਡਵਿਲ ਦੇਣ ਦੇ ਨਾਲ, ਤੇ ਉਹਨੂੰ ਬੱਚੇ ਨੂੰ ਹਾਈਡਰੇਸ਼ਨ ਰੱਖਦੇ ਸੀਗੇ, ਉਹਨੂੰ ਜਿਹੜਾ ਨੇਜ਼ਲ ਪੈਸੇਜ ਜਾਂ ਨੱਕ 'ਚੋਂ ਸਾਹ ਬੱਚੇ ਨੂੰ ਆਉਂਦਾ ਰਹੇ, ਤੇ ਫਿਰ ਉਹਨਾਂ ਚਿਰ ਉਹ ਹੌਲੀ ਹੌਲੀ ਆਪਣੇ ਆਪ ਹੀ ਠੀਕ ਹੋ ਜਾਂਦਾ ਸੀ। ਹੁਣ ਉਹਨਾਂ ਨੂੰ ਕਿਉਂਕਿ ਮੈਡੀਕੇਸ਼ਨ ਹੈ ਨਹੀਂ ਗੀ, ਤੇ ਦੂਜੇ ਪਾਸੇ ਉਹਨਾਂ ਨੂੰ ਇੱਧਰਲੇ ਪਾਸੇ ਜਾਣਾ ਪੈ ਰਿਹਾ ਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਉਹ ਠੀਕ ਠਾਕ ਕਰ ਲੈਣ। ਜਿਹੜੀਆਂ ਫਾਰਮੇਸੀਜ਼ ਹੈਗੀਆਂ ਉਹਨਾਂ ਨੇ ਰੀਸੈਂਟਲੀ ਅਮੋਕਸੀਸਿਲਿਨ ਦੀ ਸ਼ਾਰਟੇਜ ਵੀ ਦੱਸੀ ਆ, ਜਿਹੜੀ ਐਂਟੀਬਾਇਓਟਿਕ ਆ ਬੱਚਿਆਂ ਦੇ ਵਿੱਚ ਆਮ ਤੌਰ 'ਤੇ ਵਰਤੀ ਜਾਂਦੀ ਆ, ਐਂਟੀਬਾਇਓਟਿਕ ਦਿੱਤੀ ਜਾਂਦੀ ਆ ਅਮੋਕਸੀਸਿਲਿਨ, ਉਹਦੀ ਸ਼ਾਰਟੇਜ ਵੀ ਕੁਝ ਫਾਰਮੇਸੀ ਜਿਹੜੀਆਂ ਉਹ ਰਿਪੋਰਟ ਕਰ ਰਹੀਆਂ ਆ। ਤੇ ਜਿਹੜੀਆਂ ਉਹ ਫਾਰਮੇਸੀ ਦੱਸ ਰਹੀਆਂ ਕਿ ਸਾਨੂੰ ਕਈ ਰਿਕੁਐਸਟ ਦਿਨ ਦੇ ਵਿੱਚ ਟਾਈਨੋ ਐਡਵਲ ਦੀਆਂ ਆ ਰਹੀਆਂ, ਤੇ ਉਹਦੇ ਨਾਲ ਹੀ ਜਿਹੜੀ ਐਂਟੀਬਾਇਓਟਿਕ ਆ ਇਹਦੀਆਂ ਰਿਕੁਐਸਟ ਵੀ ਆ ਰਹੀਆਂ। ਆਮ ਸਿੱਧੀ ਤਾਂ ਮਿਲਦੀ ਨਹੀਂ ਇੱਥੇ ਐਂਟੀਬਾਇਓਟਿਕ, ਤੁਸੀਂ ਓਵਰ ਦਾ ਕਾਊਂਟਰ ਜਾ ਕੇ ਅਮੋਕਸੀਸਿਲਿਨ ਨਹੀਂ ਲੈ ਸਕਦੇ, ਡਾਕਟਰ ਨੂੰ ਪ੍ਰਸਕ੍ਰਾਈਬ ਕਰਦੇ ਆ, ਉਹਦੇ ਵਿੱਚ ਵੀ ਵੱਡੀ ਕਮੀ ਆ ਰਹੀ ਆ। ਸੋ 4 ਕੰਪਨੀਆਂ ਬੇਸਿਕਲੀ ਕਹਿੰਦੇ ਇਹ ਬਣਾਉਂਦੀਆਂ ਆ ਇੱਥੇ ਅਸੀਟਾਮਿਨੋ ਜਿਹੜੀ ਅਮੋਕਸੀਸਿਲਿਨ ਆ, ਤੇ ਉਹਨਾਂ ਦੇ ਵਿੱਚੋਂ ਕੁਛ ਦੇ ਵਿੱਚ ਪ੍ਰੋਡਕਸ਼ਨ ਦਾ ਇਸ਼ੂ ਆਇਆ, ਕੁਛ ਦੇ ਵਿੱਚ ਸਪਲਾਈ ਦਾ ਇਸ਼ੂ ਆਇਆ। ਜੌਨਸਨ ਐਂਡ ਜੌਨਸਨ ਜਿਹੜੀ ਆ ਉਹ ਬਣਾਉਂਦੀ ਆ, ਜਾਂ ਦੂਜੀਆਂ ਕੰਪਨੀਆਂ ਕੁਛ ਹੈਗੀਆਂ ਆ, ਉਹਦੇ ਵਿੱਚ ਵੀ ਹੁਣ ਕਮੀ ਦੱਸੀ ਜਾ ਰਹੀ ਹੈ। ਸੋ ਭਾਸ਼ਾ ਦੀ ਇੱਕ ਦਿੱਕਤ ਸਾਹਮਣੇ ਆਈ ਹੈ, ਜਿਹਦੇ ਕਰਕੇ ਦੱਸਦੇ ਆ ਕਿ ਟਾਈਨੋ ਬੱਚਿਆਂ ਦੀ ਇੱਥੇ ਨਹੀਂ ਮਿਲ ਰਹੀ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਅਲਬਰਟਾ ਦੀ ਆ। ਅਲਬਰਟਾ ਦੇ ਵਿੱਚ ਜਦੋਂ ਇਹ ਪ੍ਰੋਟੈਸਟ ਹੋਏ ਸੀ, ਉਹਨਾਂ ਦੇ ਵਿੱਚ ਕੁਝ ਗੱਲਾਂ ਬਾਤਾਂ ਹੁਣ ਸਾਹਮਣੇ ਆਈਆਂ। ਟ੍ਰੈਫਿਕ ਲੇਨਸ ਬੰਦ ਹੋ ਗਈਆਂ ਸੀ US ਵਾਲੇ ਪਾਸੇ ਜਦੋਂ ਜਾਂਦੀਆਂ ਸੀ ਉੱਥੇ ਬਾਰਡਰ ਦੇ ਉੱਤੇ, ਤੇ ਉਸ ਵੇਲੇ ਦੇ ਜਿਹੜੇ ਪ੍ਰੀਮੀਅਰ ਸੀਗੇ ਜੇਸਨ ਕੇਨੀ, ਹੁਣ ਪਤਾ ਲੱਗ ਰਿਹਾ ਕਿ ਉਹ ਇਸ ਸਿਚੁਏਸ਼ਨ ਨੂੰ ਇਗਨੋਰ ਕਰ ਰਹੇ ਸੀ। ਇਹ ਇਨਕੁਆਇਰੀ ਜਿਹੜੀ ਐਮਰਜੈਂਸੀਜ਼ ਐਕਟ ਦੀ ਚੱਲ ਰਹੀ ਆ, ਉਹਦੇ ਵਿੱਚੋਂ ਗੱਲਾਂ ਬਾਤਾਂ ਹੁਣ ਹੌਲੀ ਹੌਲੀ ਸਾਹਮਣੇ ਆ ਰਹੀਆਂ। ਤੁਹਾਨੂੰ ਪਤਾ ਕਿ ਜਿਹੜਾ ਇਹ ਐਮਰਜੈਂਸੀ ਐਕਟ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਲਾਇਆ ਗਿਆ ਸੀ, ਤੇ ਉਹਦੇ ਉੱਤੇ ਹੁਣ ਵੱਡਾ ਇੱਕ ਜਿਹੜਾ ਵਿਰੋਧ ਹੋਇਆ ਸੀ ਵੀ ਇਹ ਨਹੀਂ ਲਾਇਆ ਜਾਣਾ ਚਾਹੀਦਾ ਸੀ, ਜਿਹਦੀ ਹੁਣ ਸੁਣਵਾਈ ਚੱਲ ਰਹੀ ਆ। ਤੇ ਇਹ ਸੁਣਵਾਈ ਦੇ ਵਿੱਚ ਬਹੁਤ ਸਾਰੇ ਵੱਡੇ ਲੋਕ ਉਹਨਾਂ ਨੇ ਅਦਾਲਤ ਨੇ ਜਿਹੜੇ ਆ ਉਹ ਸੱਦੇ ਆ ਕਿ ਤੁਸੀਂ ਦੱਸੋ ਇਹ ਕਿਉਂ ਲਾਗੂ ਕੀਤਾ ਸੀ। ਜਿਹੜੇ ਇਹਦੇ ਨਜਿੱਠਣ ਦੇ ਲਈ ਜਿਹੜੀਆਂ ਸ਼ਕਤੀਆਂ ਸਰਕਾਰ ਨੇ ਵਰਤੀਆਂ ਸੀ, ਇਹ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਸੀ, ਆਹ ਕੰਮ ਕੀਤਾ ਗਿਆ ਸੀ। ਉਹ ਕਮਿਸ਼ਨ ਦੇ ਅੱਗੇ ਹੁਣ 65 ਗਵਾਹ, ਜਿਨ੍ਹਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਜਸਟਿਸ ਮਿਨਿਸਟਰ ਡੇਵਿਡ ਲੈਂਪਟੀ, ਟਰਾਂਸਪੋਰਟ ਮਿਨਿਸਟਰ ਓਮਰ ਐਲਗਾਬਰਾ, ਮਿਨਿਸਟਰ ਆਫ ਐਮਰਜੈਂਸੀ ਪ੍ਰੀਪੇਅਰਡਨੈਸ ਬਿਲ ਬਲੇਅਰ, ਡਿਫੈਂਸ ਮਿਨਿਸਟਰ ਅਨੀਤਾ ਆਨੰਦ, ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੀਚੀਨੋ, RCMP ਕਮਿਸ਼ਨਰ ਬੈਂਡਾ ਲੱਕੀ, ਆਟਵਾ ਪੁਲਿਸ ਦੇ ਸਾਬਕਾ ਚੀਫ ਪੀਟਰ ਸਲੋਲੀ, ਜਿਹੜੀਆਂ ਖੁਫੀਆ ਏਜੰਸੀਆਂ ਤੇ ਹੋਰ ਕਿੰਨਾ ਕੁਛ ਸੀਗਾ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਕਮਿਸ਼ਨ ਨੇ ਸੱਦ ਕੇ ਤੇ ਉਹਨਾਂ ਕੋਲੋਂ ਪੁੱਛ ਰਹੇ ਆ, ਜਿਹਦੇ ਵਿੱਚੋਂ ਹੁਣ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਤੇ ਅਲਬਰਟਾ ਦੀ ਇਹ ਗੱਲਬਾਤ ਕਿ ਉਸ ਵੇਲੇ ਉਹਨਾਂ ਦੇ ਪ੍ਰੀਮੀਅਰ ਜੇਸਨ ਕੇਨੀ ਸੀਰੀਅਸ ਨਹੀਂ ਸੀ ਇਸ ਗੱਲ ਨੂੰ ਲੈ ਕੇ, ਜਾਂ ਜਾਣਬੁੱਝ ਕੇ ਇਗਨੋਰ ਕਰ ਰਹੇ ਸੀ ਉੱਥੇ ਜੋ ਕੁਛ ਹੋ ਰਿਹਾ ਸੀ। ਤੁਹਾਨੂੰ ਪਤਾ ਕਿ ਕਮਿਸ਼ਨ ਦਾ ਜਿਹੜਾ ਪਹਿਲਾ ਪੜਾਅ ਆ ਉਹ 6 ਹਫ਼ਤੇ ਚੱਲਣਾ, 25 ਨਵੰਬਰ ਨੂੰ ਇਹ ਖਤਮ ਹੋ ਜਾਣਾ। ਉਸ ਤੋਂ ਬਾਅਦ ਅਗਲਾ ਪੜਾਅ ਆ, ਉੱਥੇ ਫਿਰ ਇੱਕ ਰਾਊਂਡ ਟੇਬਲ ਗੱਲਬਾਤ ਹੋਊਗੀ। 6 ਫਰਵਰੀ ਨੂੰ ਅਗਲੇ ਸਾਲ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦੇਣੀ ਆ
ਕਿ ਇਹਦੇ ਵਿੱਚ ਕੌਣ ਜ਼ਿੰਮੇਵਾਰ ਸੀ, ਕੀ ਇਹ ਜਿਹੜਾ ਐਮਰਜੈਂਸੀ ਐਕਟ ਸੀ ਇਹ ਲਾਉਣਾ ਚਾਹੀਦਾ ਸੀ, ਗਲਤ ਲਾਇਆ, ਸਹੀ ਲਾਇਆ, ਲੋਕਾਂ ਨਾਲ ਧੱਕਾ ਹੋਇਆ, ਲੋਕ ਸਰਕਾਰ ਨਾਲ ਧੱਕਾ ਕਰ ਰਹੇ ਸੀ। ਸਾਰੀ ਗੱਲਬਾਤ ਇਹਨਾਂ ਨੇ ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦੇਣਾ। ਪਰ ਉਹ ਜਿੱਦਾਂ ਜਿੱਦਾਂ ਉਹਦੀ ਰੋਜ਼ ਸੁਣਵਾਈ ਹੋ ਰਹੀ ਆ, ਉਹਦੇ ਵਿੱਚੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ। ਤੇ ਇੱਕ ਗੱਲ, ਕਿਉਂਕਿ ਉਹਨਾਂ ਦੀ ਇੱਕ ਇੱਕ ਚੀਜ਼ ਡਿਟੇਲ ਦੇਖੀ ਜਾ ਰਹੀ ਆ ਇਸ ਮਾਮਲੇ ਦੇ ਵਿੱਚ, ਜਿਹੜਾ ਕਮਿਸ਼ਨ ਇਨਵੈਸਟੀਗੇਸ਼ਨ ਕਰ ਰਿਹਾ ਆ, ਜਿਸ ਜਿਹੜਾ ਉੱਥੇ ਐਮਰਜੈਂਸੀ ਐਕਟ ਜਦੋਂ ਲਾਇਆ ਔਰ ਪ੍ਰੋਟੈਸਟ ਅਲਬਰਟਾ ਦੇ ਵਿੱਚ ਕੋਰਟਸ ਦੇ ਵਿੱਚ ਇਹ ਚੱਲਦਾ ਸੀਗਾ, ਤੇ ਉੱਥੇ ਪ੍ਰੋਟੈਸਟਰ ਜਿਹੜੇ ਇਕੱਠੇ ਹੋਏ ਸੀਗੇ, ਤੇ ਉਹਨਾਂ ਨੇ ਹੁਣ ਜਿਹੜੇ ਉਹਨਾਂ ਦੇ ਆਪਸ ਦੇ ਵਿੱਚ ਮੇਅਰ ਦੇ, ਕਾਊਟਸ ਦੇ ਮੇਅਰ ਦੇ, ਤੇ ਜਿਹੜੇ ਉਦੋਂ ਦੇ ਪ੍ਰੀਮੀਅਰ ਸੀਗੇ ਜੇਸਨ ਕੇਨੀ, ਉਹਨਾਂ ਨੇ ਆਪਸ ਦੇ ਵਿੱਚ ਕਿਹੜੇ ਮੈਸੇਜ ਕੀਤੇ ਫੋਨ ਤੇ, ਉਹ ਵੀ ਉਹਨਾਂ ਨੇ ਮੰਗਾਏ ਆ। ਤੇ ਉਹਦੇ ਵਿੱਚੋਂ ਜਿਹੜੇ ਮੈਸੇਜ ਕੀਤਾ ਗਿਆ ਉਹਦੇ ਬਾਰੇ ਫਰਵਰੀ 12 ਨੂੰ, ਉਸ ਵੇਲੇ ਕਹਿੰਦੇ ਉਹ ਮੈਸੇਜ ਦੇ ਵਿੱਚ ਉਹ ਲਿਖਦੇ ਆ ਕਿ ਜੇ ਤੁਹਾਨੂੰ ਸਮਾਂ ਜਿਹੜਾ ਪ੍ਰੀਮੀਅਰ ਆ ਪਤਾ ਨਹੀਂ ਕਿਉਂ ਇਗਨੋਰ ਕਰ ਰਿਹਾ ਪ੍ਰੋਵਿੰਸ ਦੇ ਵਿੱਚ ਜਿਹੜਾ ਡੋਮੈਸਟਿਕ ਟੈਰਰਿਸਟ ਨੂੰ, ਤੇ ਉਹਨਾਂ ਨੂੰ ਵੀ ਇਦਾਂ ਕਹਿ ਕਿਉਂ ਨਹੀਂ ਰਹੇ। ਉਹ ਕਹਿੰਦੇ ਵੀ ਮੈਂ ਕਾਫੀ ਵਾਰੀ ਉਹਨਾਂ ਨੂੰ ਗੱਲਬਾਤ ਕੀਤੀ ਆ। ਵਿਲਟ ਨੇ ਜਿਹੜਾ ਟੈਕਸਟ ਕੀਤਾ ਆ ਸੋਨੀ ਨੂੰ ਫਰਵਰੀ 12 ਨੂੰ ਜੇਸਨ ਕੇਨੀ ਦੇ ਸੰਬੰਧ ਦੇ ਵਿੱਚ, ਕਿ ਜੇਸਨ ਕੇਨੀ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਇਹਨਾਂ ਨੂੰ ਇਗਨੋਰ ਕਰ ਰਿਹਾ ਆ। ਸੋ ਕਾਊਟਸ ਦੇ ਮੇਅਰ ਜਿਮ ਵਿਲਟ ਮੈਸੇਜ ਕਰ ਰਹੇ ਆ ਅਲਬਰਟਾ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਨੂੰ, ਉਸ ਵੇਲੇ ਦੇ ਜਿਹੜੇ ਰਾਜਨ ਸਾਹਨੀ ਟਰਾਂਸਪੋਰਟੇਸ਼ਨ ਮਿਨਿਸਟਰ ਸੀ, ਉਹਨਾਂ ਨੂੰ ਮੈਸੇਜ ਕਰਕੇ ਇਹ ਕਹਿ ਰਹੇ ਆ ਕਿ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਪ੍ਰੀਮੀਅਰ ਜੇਸਨ ਕੇਨੀ ਇਹ ਜਿਹੜਾ ਡੋਮੈਸਟਿਕ ਟੈਰਰਿਸਟ ਨੇ, ਇਹ ਘਰੇਲੂ ਅੱਤਵਾਦੀ ਨੇ, ਇਹਨਾਂ ਨੂੰ ਇਗਨੋਰ ਕਿਉਂ ਕਰ ਰਹੇ ਆ। ਹੁਣ ਉਹ ਟੈਕਸਟ ਦੀ ਪੂਰੀ ਉਹਦੇ ਤੋਂ ਬਾਅਦ ਕਹਿੰਦੇ ਆ ਕਿ ਉਹ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਰਾਜਨ ਸਾਹਨੀ, ਉਹਨਾਂ ਨੇ ਉਹ ਟੈਕਸਟ ਦਾ ਜਵਾਬ ਕੋਈ ਨਹੀਂ ਦਿੱਤਾ। 12 ਫਰਵਰੀ ਤੋਂ ਪਹਿਲਾਂ ਜੇਸਨ ਕੇਨੀ ਨੇ ਪਬਲਿਕਲੀ ਅਨਾਉਂਸ ਕੀਤਾ ਸੀ ਇਸ ਬਲੌਕਡ ਨੂੰ, ਕੋਰਸ ਅਲਰਟਾ ਦੇ ਵਿੱਚ ਜਿਹੜਾ ਪਿੰਡ ਆ ਉਹ, ਜਿੱਥੇ 250 ਲੋਕ ਕਰੀਬ ਲੋਕ ਉੱਥੇ ਰਹਿੰਦੇ ਆ, ਤੇ ਉੱਥੇ ਬਹੁਤ ਸਾਰੇ ਟਰੱਕ ਤੇ ਵਹੀਕਲ ਉੱਥੇ ਆਏ ਸੀ ਯੂਨਾਈਟਿਡ ਸਟੇਟਸ ਵਾਲੇ ਪਾਸਿਓਂ 29 ਫਰਵਰੀ ਨੂੰ, ਤੇ ਮੁੜ ਕੇ ਫਰਵਰੀ 14 ਨੂੰ ਖਤਮ ਹੋਏ ਸੀਗੇ। 11 ਫਰਵਰੀ ਨੇ ਕਿਹਾ ਸੀ ਕਿ ਜਿਹੜਾ RCMP ਆ ਉਹ ਉੱਥੇ ਇਹਨੂੰ ਬਲੌਕਡ ਨੂੰ ਪਰੇ ਕਰ ਰਹੀ ਆ। ਔਰ ਤੁਹਾਨੂੰ ਯਾਦ ਹੋਊਗਾ ਇਹਨਾਂ ਸਾਰਿਆਂ ਦੇ ਕੋਲੋਂ ਉੱਥੋਂ ਹਥਿਆਰ ਵੀ ਫੜੇ ਗਏ ਸੀ। ਦਰਜਨ ਦੇ ਕਰੀਬ ਜਿਹੜੇ ਪ੍ਰੋਟੈਸਟਰ ਸੀਗੇ, ਉਹਨਾਂ ਕੋਲੋਂ ਵੈਪਨ ਤੇ ਬੋਡੀ ਆਰਮਰ ਤੇ ਜਿਹੜੇ ਐਮੂਨੀਸ਼ਨ ਆ, ਹੋਰ ਚੀਜ਼ਾਂ ਫੜੀਆਂ ਗਈਆਂ ਸੀ। ਸੋ ਹੁਣ ਜਿਹੜੇ ਲੋਕਾਂ ਨੇ ਆਪਸ ਦੇ ਵਿੱਚ ਕੀ ਮੈਸੇਜ ਕੀਤੇ ਸੀ, ਕੀ ਉਹਦੇ ਵਿੱਚੋਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ, ਉਹ ਸਾਹਮਣੇ ਆ ਰਹੀਆਂ। ਕਿਉਂਕਿ ਇੱਦਾਂ ਦੱਸਿਆ ਜਾ ਰਿਹਾ ਸੀ ਕਿ ਇੱਕ ਖਾਸ ਵਰਗ ਦੀ ਇਹਨਾਂ ਨੂੰ ਸਪੋਰਟ ਹਾਸਲ ਹੈ ਇਹਨਾਂ ਲੋਕਾਂ ਨੂੰ, ਕਿ ਐਵੇਂ ਨਹੀਂ ਇਕੱਠੇ ਹੋ ਕੇ ਐਡਾ ਵੱਡਾ ਰੌਲਾ ਰੱਪਾ ਪਾ ਸਕਦੇ। ਜਿਹੜੀ ਵੱਡੀ ਗੱਲਬਾਤ ਸੀਗੀ ਉਸ ਸਾਰੀਆਂ ਥਾਵਾਂ ਦੇ ਵਿੱਚ ਕਿ ਵੈਕਸੀਨ ਦੇ ਹੱਕ ਤੇ ਵਿਰੋਧ ਦੇ ਵਿੱਚ ਰੌਲਾ ਸੀ। ਅਮਰੀਕਾ ਦੇ ਵਿੱਚ ਵੀ ਇਹੀ ਰੌਲਾ ਸੀ, ਕੈਨੇਡਾ ਦੇ ਵਿੱਚ ਵੀ ਇਹੀ ਰੌਲਾ ਸੀ। ਉਹੀ ਲੋਕ ਸੀਗੇ ਜਿਹੜੇ ਲਗਭਗ ਉਹੀ ਸੋਚ ਵਾਲੇ ਔਰ ਸਾਂਝੇ ਸੀਗੇ। ਜਿਹੜਾ ਫਰੀडम ਕਨਵੋਏ ਇੱਥੇ ਸੀ, ਇਹਨਾਂ ਨੂੰ ਫੰਡਿੰਗ ਕਰਨ ਵਾਲੇ ਬਹੁਤ ਸਾਰੇ ਅਮਰੀਕਨ ਵੀ ਸੀਗੇ, ਵੀ ਜਿਹੜੇ ਬਾਹਰਲੇ ਸੀਗੇ। ਹੁਣ ਇਸ ਐਮਰਜੈਂਸੀ ਜਾਂਚ ਕਮਿਸ਼ਨ ਦੀ ਇਹ ਸੁਣਵਾਈ ਦੇ ਵਿੱਚੋਂ ਇਹ ਜਿਹੜੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ। ਕੱਲ੍ਹ ਜਿੱਦਾਂ ਸੀਸੀਐਸ ਨੇ ਕਿਹਾ ਸੀ ਕਿ ਅਸੀਂ ਵਾਰਨਿੰਗ ਦਿੱਤੀ ਸੀ ਕਿ ਜੇ ਤੁਸੀਂ ਐਮਰਜੈਂਸੀ ਐਕਟ ਲੈ ਕੇ ਆਏ ਤਾਂ ਇਹਦੇ ਨਾਲ ਵਿਰੋਧ ਹੋ ਸਕਦਾ, ਵਾਇਲੈਂਟ ਹੋ ਸਕਦੇ ਆ ਲੋਕਾਂ ਨੂੰ ਲੱਗੂਗਾ ਵੀ ਸਾਨੂੰ ਸੁਣਦੇ ਨਹੀਂ, ਧਰਨਾ ਮੁਜ਼ਾਹਰਾ ਅਸੀਂ ਕਰ ਨਹੀਂ ਸਕਦੇ, ਸਾਡੇ ਕੋਲ ਹਿੰਸਾ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਰਹਿ ਗਿਆ। ਦੂਜੀ ਅੱਜ ਗੱਲ ਜਿਹੜੀ ਹੋਰ ਇੱਕ ਸਾਹਮਣੇ ਆਈ ਆ ਕਿ RCMP ਨੇ ਇਹ ਪ੍ਰਦਰਸ਼ਨ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੇ ਸਾਡੇ ਫੈਡਰਲ ਮਿਨਿਸਟਰ ਨੇ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਸੀ। ਵੀ ਕੀ ਇਹਨਾਂ ਨੂੰ ਪਹਿਲਾਂ ਅੰਦਾਜ਼ਾ ਸੀਗਾ ਵੀ ਇਹ ਗੱਲ ਇਸ ਹੱਦ ਤੱਕ ਵੱਧ ਸਕਦੀ ਹੈ? ਐਮਰਜੈਂਸੀ ਕਮਿਸ਼ਨ ਐਮਰਜੈਂਸੀ ਐਕਟ ਲਾਗੂ ਕਰਨ ਦੀ ਉੱਥੇ ਜਦੋਂ ਬਾਰ-ਬਾਰ ਉੱਥੋਂ ਪੁੱਛਗਿੱਛ ਕੀਤੀ ਜਾ ਰਹੀ ਆ, ਔਰ ਉਸ ਪੁੱਛਗਿੱਛ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਸੀਗੇ, ਉੱਥੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਓਟਵਾ ਜਲਦੀ ਨਹੀਂ ਛੱਡਣਾ, ਤੇ ਉਹਨਾਂ ਨੇ ਪਰ ਤਿਆਰੀ ਫਿਰ ਵੀ ਕਹਿੰਦੇ ਵੀਕਐਂਡ ਲਈ ਉਹ ਕੀਤੀ ਸੀ। RCMP ਨੇ ਇਹ ਗੱਲਬਾਤ ਇੱਕ RCMP ਇਹ ਕਹਿ ਰਹੀ ਆ ਕਿ ਜਿਹੜਾ ਸ਼ੁਰੂ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਸਾਰਾ ਕੁਝ ਵਿਰੋਧ ਕਰਨਾ, ਇਹ ਸ਼ਾਂਤਮਈ ਸੀ, ਸਾਨੂੰ ਬਹੁਤੀ ਇਸ ਗੱਲ ਦੀ ਚਿੰਤਾ ਨਹੀਂ ਸੀ। ਪਰ ਜਿਹੜਾ ਇੱਕ ਰੇਸਿਸਟ ਜਾਂ ਨੈਸ਼ਨਲਿਸਟ ਕਿਸਮ ਦੇ ਲੋਕ ਸੀਗੇ, ਉਹਨਾਂ ਤੋਂ ਖਤਰਾ ਇਹਨਾਂ ਨੂੰ ਸੀਗਾ, ਤੇ ਇਸ ਕਰਕੇ ਉਹ ਕਹਿੰਦੇ ਅਸੀਂ 21 ਜਨਵਰੀ ਨੂੰ ਜਿਹੜੀ ਮਿਨਿਸਟਰ ਦੀ ਸੁਰੱਖਿਆ ਸੀ ਉਹਨੂੰ ਅਪਡੇਟ ਕੀਤਾ ਗਿਆ ਸੀ। ਕੁਝ ਥਾਵਾਂ ਦੇ ਉੱਤੇ ਇਹਨਾਂ ਦੀ ਸੁਰੱਖਿਆ ਨੂੰ ਵਧਾਇਆ ਗਿਆ ਸੀ। ਹੁਣ ਹੋਰ ਜਿਹੜੇ ਵੇਰਵੇ ਉਹਨਾਂ ਦੀ ਵੀ ਮੰਗ ਕੀਤੀ ਜਾ ਰਹੀ ਆ। ਸੋ ਰੌਲਾ ਸਿੱਧਾ ਸੀਗਾ, ਤੁਹਾਨੂੰ ਪਤਾ ਹੈ ਕਿ ਕੈਨੇਡਾ 'ਚ ਦਾਖਲ ਹੋਣ ਤੋਂ ਪਹਿਲਾਂ ਕੋਵਿਡ-19 ਦਾ ਮੋਲੀਕੂਲਰ ਟੈਸਟ ਹੋਣਾ ਚਾਹੀਦਾ। 2 ਹਫ਼ਤਿਆਂ ਤੋਂ ਬਾਅਦ ਜਿਹੜੀ ਨਹੀਂ ਤਾਂ 2 ਹਫ਼ਤਿਆਂ ਦੀ ਤੁਹਾਨੂੰ ਆਈਸੋਲੇਸ਼ਨ ਕਰਨੀ ਪਊਗੀ। ਇਹਨਾਂ ਨੇ ਰੋਸ ਰੈਲੀ ਰੱਖੀ ਸੀ, ਤੇ ਰੋਸ ਰੈਲੀ ਕਰਦੇ ਉਹ ਗੱਲਬਾਤ ਵੱਧ ਗਈ। 29 ਜਨਵਰੀ ਨੂੰ ਇਹ ਸਾਰੇ ਦੇ ਸਾਰੇ ਓਟਵਾ ਪਹੁੰਚ ਗਏ। ਓਟਵਾ ਪਹੁੰਚਣ ਤੋਂ ਬਾਅਦ ਇਹਨਾਂ ਨੇ
ਜਿਹੜਾ ਉਸ ਐਕਟ ਦੇ ਉਹਦੇ ਸਾਰਾ ਹੀ ਉੱਥੇ ਜਾਮ ਕਰ ਦਿੱਤਾ ਤੇ ਇਹਨਾਂ ਨੂੰ ਫਿਰ ਉੱਥੋਂ ਪਾਸੇ ਕਰਨ ਦੇ ਲਈ ਐਮਰਜੈਂਸੀ ਐਕਟ ਲਾਉਣਾ ਪਿਆ ਸੀ। ਹੁਣ ਉਹਦੀ ਜਿਹੜੀ ਗੱਲਬਾਤ ਆ ਉਹ ਸਾਰੀ ਹੌਲੀ ਹੌਲੀ ਸਪਸ਼ਟ ਹੋ ਰਹੀ ਹੈ। ਜਦੋਂ ਅਸੀਂ ਰਿਸੈਸ਼ਨ ਦੀ ਗੱਲਬਾਤ ਕਰਦੇ ਹਾਂ ਤਾਂ ਰਿਸੈਸ਼ਨ ਦੇ ਵਿੱਚ ਕਈ ਵਾਰੀ ਇਹ ਆਉਂਦਾ ਕਿ ਕੰਪਨੀਆਂ ਲੋਕਾਂ ਨੂੰ ਨੌਕਰੀਆਂ ਤੋਂ ਕੱਢਣ ਲੱਗ ਪੈਂਦੀਆਂ, ਤੇ ਹੁਣ ਵੀ ਇਦਾਂ ਦੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਕੰਪਨੀਆਂ ਨੌਕਰੀਆਂ ਤੋਂ ਲੋਕਾਂ ਨੂੰ ਕੱਢਣ ਲੱਗ ਪਈਆਂ ਤੇ ਸ਼ੁਰੂ ਹੋਈਆਂ ਜਿਹੜੀਆਂ ਟੌਪ ਟੈਕ ਕੰਪਨੀਜ਼ ਨੇ ਉਹਨਾਂ ਤੋਂ। ਫੇਸਬੁੱਕ ਤੋਂ ਗੱਲਬਾਤ ਸ਼ੁਰੂ ਹੋਈ ਹੈ। ਫੇਸਬੁੱਕ ਜਿਹੜੀ ਪੇਰੈਂਟ ਕੰਪਨੀ ਮੈਟਾ ਆ, ਇਹਨਾਂ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਅਸੀਂ 11,000 EMPLOYE ਨੂੰ ਲੇ ਆਫ ਕਰ ਰਹੇ ਹਾਂ ਤੇ ਇਹ ਬਹੁਤ ਵੱਡਾ ਜੌਬ ਕੱਟ ਦੱਸਿਆ ਜਾ ਰਿਹਾ ਇਸ ਕੰਪਨੀ ਦੀ ਤੇ ਬਹੁਤ ਸਾਰੀਆਂ ਕੰਪਨੀਆਂ ਦੇ ਇਤਿਹਾਸ ਦੇ ਵਿੱਚ। ਜੌਬ ਕੱਟ ਮੈਟਾ ਨੇ ਦੱਸਿਆ ਕਿ ਬਹੁਤ ਸਾਰੇ ਚੈਲੰਜ ਉਹਨਾਂ ਨੂੰ ਆ ਰਹੇ ਆ ਬਿਜ਼ਨਸ ਨਾਲ ਸੰਬੰਧ ਦੇ ਵਿੱਚ, ਔਰ ਉਹ ਅਨਸਰਟਨ ਨੇ, ਕਾਸਟ ਜ਼ਿਆਦਾ ਆ, ਉਹਨੂੰ ਕੀਮਤ ਨੂੰ ਘਟਾਉਣ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਉਹ ਇਹਨੂੰ ਘੱਟ ਕਰ ਰਹੇ ਆ ਤੇ ਨਵੀਆਂ ਸਟ੍ਰੈਟਜੀ ਦੇਖ ਰਹੇ ਆ ਜਿਹਦੇ ਨਾਲ ਇਹ ਵਾਇਬਲ ਹੋ ਸਕੇ, ਜਿਹੜਾ ਮਤਲਬ ਇਹ ਉਹਨਾਂ ਦੇ ਫਾਇਦੇ ਵਾਲੀ ਚੀਜ਼ ਹੋ ਸਕੇ। ਇਹ ਟੈਕ ਫਰਮ ਨੇ ਕਈ ਮਹੀਨਿਆਂ ਤੱਕ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਅਸੀਂ ਬੰਦੇ ਕੱਢ ਦੇਣੇ ਆ, ਇਨਫਲੇਸ਼ਨ ਵੱਧ ਰਹੀ ਆ, ਇੰਟਰਸਟ ਰੇਟ ਵੱਧ ਰਹੇਗਾ, ਕਾਸਟ ਵੱਧ ਰਹੀ ਆ। ਤੇ ਹੁਣ ਅੱਜ ਉਹਨਾਂ ਦੇ ਜਿਹੜੇ CEO ਨੇ ਮਾਰਕ ਜ਼ੁਕਰਬਰਗ, ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇੱਕ ਬਹੁਤ ਕਹਿੰਦੇ ਅਸੀਂ ਡਿਫਿਕਲਟ ਚੇਂਜ ਜਿਹੜੀ ਆ ਉਹ ਕਰ ਰਹੇ ਆ ਮੈਟਾ ਦੀ ਹਿਸਟਰੀ ਦੇ ਵਿੱਚ, ਤੇ ਇਹਨਾਂ EMPLOYEES ਨੂੰ 11,000 ਫੇਸਬੁੱਕ ਦੇ ਮੁਲਾਜ਼ਮ ਦਾ ਮਤਲਬ ਆ ਵੀ 13% ਕਾਮਿਆਂ ਨੂੰ ਨੌਕਰੀ ਤੋਂ ਕੱਢਣਾ। ਤੇ ਇਹ ਇਕੱਲੀ ਇੱਥੇ ਨਹੀਂ ਗੱਲ ਰੁਕਦੀ, ਬਾਕੀ ਸਾਰੀਆਂ ਵੱਡੀਆਂ ਕੰਪਨੀਆਂ, ਕੀ ਐਮਾਜ਼ੋਨ ਤੇ ਕੀ ਦੂਜੀਆਂ, ਕੀ ਐਪਲ, ਇਹ ਸਾਰੀਆਂ ਹੀ ਹੁਣ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਲੱਗੀਆਂ ਇਸ ਵੇਲੇ। ਜੌਬ ਕੱਟ ਨੇ ਕਈ ਇਸ ਕੰਪਨੀ ਦੇ ਹਿੱਸਿਆਂ ਦੇ ਉੱਤੇ ਸਿੱਧਾ ਅਸਰ ਪਾਇਆ ਆ। ਚੈਲੰਜ ਉਹਨਾਂ ਨੇ ਆਪਣੇ ਦੱਸੇ ਆ ਕਿ ਜਦੋਂ ਸਤੰਬਰ ਦੇ ਵਿੱਚ ਗੱਲ ਹੋਈ ਸੀ ਤਾਂ ਇਹਨਾਂ ਦੇ ਜਿਹੜੇ ਟੋਟਲ ਮੁਲਾਜ਼ਮ 87,000 ਸੀਗੇ। ਹੁਣ 87,000 ਦੇ ਵਿੱਚੋਂ 11,000 ਕੱਢ ਦਿਓ ਤਾਂ 13% ਇਹ ਮੁਲਾਜ਼ਮ ਜਾਂ ਸਿੱਧਾ ਉਹਨਾਂ ਦਾ ਉੱਤੇ ਅਸਰ ਪੈ ਰਿਹਾ ਆ। ਇਹਨਾਂ ਦੀ ਸੇਲ ਦੇ ਉੱਤੇ, ਇਹਨਾਂ ਦੇ ਬਿਜ਼ਨਸ ਦੇ ਉੱਤੇ ਬਹੁਤ ਸਾਰੀ ਸੱਟ ਵੱਜੀ ਹੈ। ਚਾਹੇ ਉਹ ਐਪਲ ਦੀ ਐਡਵਰਟਾਈਜ਼ਮੈਂਟ ਆ, ਉਹਨਾਂ ਨੇ ਬਜਟ ਆਪਣਾ ਟਾਈਟ ਕੀਤਾ ਸੀ। ਲੋਕ ਜਿਹੜੇ ਆ ਉਹ ਇੰਸਟਾ ਦੀ ਬਜਾਏ ਇੰਸਟਾਗ੍ਰਾਮ ਦੀ ਥਾਂ ਦੇ ਉੱਤੇ ਟਿਕਟੌਕ ਵੱਲ ਜ਼ਿਆਦਾ ਚਲੇ ਗਏ ਆ। ਇੰਸਟਾਗ੍ਰਾਮ ਇਹਨਾਂ ਦੀ, ਉਹ ਮੈਟਾ ਦੀ ਕੰਪਨੀ ਆ, ਫੇਸਬੁੱਕ ਦੀ ਸਿਸਟਮ ਕੰਸਰਨ ਆ, ਇੰਸਟਾਗ੍ਰਾਮ ਵੀ ਇਹਨਾਂ ਦਾ ਹੀ ਆ, ਫੇਸਬੁੱਕ ਤੇ ਵਟਸਐਪ ਤਿੰਨੋਂ ਇਹਨਾਂ ਦੀਆਂ ਨੇ। ਤੇ ਟਿਕਟੌਕ ਨੇ ਇਹਨਾਂ ਨੂੰ ਫੇਸਬੁੱਕ ਨੂੰ ਕੰਪੀਟੀਸ਼ਨ ਦੇ ਦਿੱਤਾ ਕਿਉਂਕਿ ਛੋਟੀਆਂ ਵੀਡੀਓ ਲੋਕ ਜ਼ਿਆਦਾ ਟਿਕਟੌਕ ਵਾਲੇ ਪਾਸੇ ਚਲੇ ਗਏ ਤੇ ਐਡ ਵੀ ਉਧਰਲੇ ਪਾਸੇ ਹੀ ਆ, ਤੇ ਇਹਨਾਂ ਦੇ ਬਿਜ਼ਨਸ ਨੂੰ ਬਹੁਤ ਵੱਡਾ ਅਸਰ ਪੈ ਰਿਹਾ। ਹੁਣ ਕਈ ਬਿਲੀਅਨ ਡਾਲਰ ਇਹਦੇ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਊਗਾ ਇਸ ਗੱਲ ਦੇ ਉੱਤੇ ਇਹ ਸਪੈਂਡ ਕਰ ਰਹੇ ਆ। ਉਹਦੇ ਤੋਂ ਬਾਅਦ ਫਿਰ ਇਹ ਫੈਸਲਾ ਕਰਨਗੇ ਕਿ ਕਿੰਨਾ ਕੁ ਸਾਨੂੰ ਪ੍ਰੋਫਿਟ ਹੋਇਆ, ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆਊਗੀ। ਕਿਸੇ ਵੇਲੇ $1 ਟ੍ਰਿਲੀਅਨ ਲਾਸਟ ਈਅਰ ਇਹਦੀ ਵੈਲਿਊ ਸੀਗੀ ਮੈਟਾ ਦੀ, ਤੇ ਫਿਰ ਹੌਲੀ ਹੌਲੀ ਇਹ ਜਿਹੜੀ ਥੱਲੇ ਨੂੰ ਗਈ ਆ। ਤੇ ਹੁਣ ਉਹਦੇ ਲਈ ਉਹ ਕਹਿੰਦੇ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਜਿਹੜੇ ਕਿ ਕੀ ਇਹਦੇ ਲਈ ਹੱਲ ਕੀਤਾ ਜਾਣਾ, ਪਰ ਇਸ ਵੇਲੇ ਉਹਨਾਂ ਕੋਲ ਇੱਕੋ ਹੀ ਹੱਲ ਲੱਗਦਾ ਕਿ 11,000 ਮੁਲਾਜ਼ਮ ਨੂੰ ਛੁੱਟੀ ਕਰ ਦਿੱਤੀ ਜਾਵੇ। ਬਹੁਤ ਸਾਰੀਆਂ ਟੈਕ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਆਪਣੀ ਹਾਇਰਿੰਗ ਬੰਦ ਕਰ ਦਿੱਤੀ ਆ, ਜੌਬਸ ਦੇ ਵਿੱਚ ਕੱਟ ਕਰਨੇ ਸ਼ੁਰੂ ਕਰ ਦਿੱਤੇ ਆ। ਲੋਕ ਹੁਣ ਇਸ ਗੱਲ ਤੋਂ ਡਰ ਰਹੇ ਆ। ਲਿਫਟ ਆ, ਜਿੱਦਾਂ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀ, ਬਹੁਤ ਵੱਡੀ ਕੰਪਨੀ ਆ, 13% ਮੁਲਾਜ਼ਮ ਉਹਨਾਂ ਨੇ ਘਟਾ ਦਿੱਤੇ ਆ ਆਪਣੇ। ਇਸੇ ਤਰ੍ਹਾਂ ਸਟ੍ਰਿਪ ਆ, ਉਹਨਾਂ ਨੇ 14% ਮੁਲਾਜ਼ਮ ਘਟਾ ਦਿੱਤੇ ਆ। ਐਮਾਜ਼ੋਨ ਆ, ਉਹਨਾਂ ਨੇ ਆਪਣੀ ਹਾਇਰਿੰਗ ਬੰਦ ਕਰ ਦਿੱਤੀ ਆ। ਤੇ ਪਿਛਲੇ ਹਫ਼ਤੇ ਜਿਹੜੀ ਫੇਸਬੁੱਕ ਦੀ ਰਾਈਵਲ ਕੰਪਨੀ ਆ, ਇਹਦੀ ਕੰਪੀਟੀਸ਼ਨ ਦੇ ਵਿੱਚ ਆ ਟਵਿੱਟਰ, ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਅਸੀਂ ਵੀ ਮਾਸ ਲੇ ਆਫ ਕਰ ਰਹੇ ਹਾਂ। ਜਿਹੜੇ ਨਵੇਂ ਉਹਨਾਂ ਦੇ ਓਨਰ ਆ ਐਲਨ ਮਸਕ, ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ। ਸਾਰੇ ਪਾਸੇ ਇਸ ਵੇਲੇ ਉੱਪਰ ਜਿਹੜੀਆਂ ਟੈਕ ਕੰਪਨੀਜ਼ ਨੇ ਉਹਨਾਂ ਨੇ ਬੰਦੇ ਕੱਢਣੇ ਸ਼ੁਰੂ ਕਰ ਦਿੱਤੇ ਆ। ਤੇ ਇਸ ਗੱਲ ਤੋਂ ਜਿਹੜਾ ਲੋਕ ਇੱਕ ਐਂਟੀਸਪੇਟ ਵੀ ਕਰ ਰਹੇ ਆ, ਡਰ ਵੀ ਰਹੇ ਆ ਵੀ ਇਹ ਉਹ ਟੈਕ ਕੰਪਨੀਆਂ ਤੋਂ ਗੱਲ ਵੱਧਦੀ ਆਮ ਲੋਕਾਂ ਤੱਕ, ਦੂਜੇ ਕੰਮਾਂ ਕਾਰਾਂ ਤੱਕ ਨਾ ਆ ਜਾਵੇ, ਉੱਧਰੋਂ ਕਿਤੇ ਲੋਕਾਂ ਨੂੰ ਨਾ ਕੱਢਣਾ ਸ਼ੁਰੂ ਕਰ ਦਿੱਤਾ ਜਾਵੇ। ਅਗਲੀ ਜਿਹੜੀ ਗੱਲਬਾਤ ਆ ਉਹ ਰੋਜਰਸ ਨੈਟਵਰਕ ਸੰਬੰਧੀ ਆ। ਰੋਜਰਸ ਦੇ ਹੋਰ 2,21,000 ਨਵੇਂ ਸੈੱਲਫੋਨ ਕਸਟਮਰ ਰੋਜਰਸ ਦੇ ਖਾਤੇ ਵਿੱਚ ਐਡ ਹੋਏ ਆ। ਇਹ 2-3 ਕੰਪਨੀਆਂ ਟੌਪ ਦੀਆਂ ਕੈਨੇਡਾ ਦੇ ਵਿੱਚ, ਇਹਨਾਂ ਕੋਲ ਹੀ ਸਾਰੀ ਮਾਰਕੀਟ ਆ ਤੇ ਇਹਨਾਂ ਦੇ ਵਿੱਚ ਜਿਹੜੇ ਨਵੇਂ ਲੋਕ ਆਉਂਦੇ ਰਹਿੰਦੇ ਆ, ਕੋਈ ਕੁਛ ਵਿੱਚ ਚਲੇ ਜਾਂਦੇ, ਕੋਈ ਕੁਛ ਵਿੱਚ ਚਲੇ ਜਾਂਦੇ। ਇਹ ਖਬਰ ਇੰਟਰਸਟਿੰਗ ਕਿਉਂ ਆ ਜਾਂ ਇਹ ਖਬਰ ਦਾ ਮਤਲਬ ਕੀ ਆ ਇਸ ਵੇਲੇ ਕਿ 2,21,000 ਨਵੇਂ ਲੋਕ ਰੋਜਰਸ ਦੇ ਨਾਲ ਜੁੜ ਗਏ ਆ। ਤੁਹਾਨੂੰ ਯਾਦ ਹੋਊਗਾ ਰੋਜਰਸ ਦੇ ਵਿੱਚ ਪਿੱਛੇ ਜਿਹੇ ਫੋਨ ਬੰਦ ਹੋ ਗਏ ਸੀ ਔਰ ਲਗਭਗ 1 ਦਿਨ ਫੋਨ ਬੰਦ ਰਹੇ ਸੀ ਔਰ ਕੈਨੇਡਾ ਦੇ ਵਿੱਚ ਹਾਹਾਕਾਰ ਮਚ ਗਈ ਸੀ। ਸਾਰੀਆਂ ਬੈਂਕਾਂ ਕੀ ਤੇ ਹੋਰ ਕੀ
ਸਾਰਾ ਕੁਝ ਇੱਕ ਤਰ੍ਹਾਂ ਤਰੀਕੇ ਨਾਲ ਰੁਕ ਗਿਆ ਸੀ ਤੇ ਲੋਕ ਸੌਹਾਂ ਖਾਂਦੇ ਸੀ ਵੀ ਇਹ ਰੋਜਰਸ ਨੇ ਸਾਨੂੰ ਖਰਾਬ ਕੀਤਾ ਸੀ, ਇਸ ਕੰਪਨੀ ਦੇ ਵਿੱਚ ਨਹੀਂ ਜਾਣਾ, ਇਸ ਕੰਪਨੀ ਤੋਂ ਪਰੇ ਚਲੇ ਜਾਣਾ। ਤੇ ਉਹਨਾਂ ਨੇ ਹੁਣ ਹੋਇਆ ਉਹਦੇ ਉਲਟਾ ਆ ਕਿ ਉਹਦਾ ਜਿਹੜਾ ਲੋਕ ਸੀ ਉਹਦੇ ਵਿੱਚ ਜ਼ਿਆਦਾ ਜਾਣ ਲੱਗ ਪਏ ਆ ਤੇ ਮਤਲਬ ਜਿੰਨੇ ਲੋਕ ਪਹਿਲਾਂ ਸੀਗੇ ਉਹਦੇ ਤੋਂ ਜ਼ਿਆਦਾ ਲੋਕ ਉਧਰ ਚਲੇ ਗਏ ਆ। 2,21,000 ਤੇ 371 ਮਿਲੀਅਨ ਡਾਲਰ ਦਾ ਉਹਨਾਂ ਨੂੰ ਪ੍ਰੋਫਿਟ ਹੋਇਆ ਪਿਛਲੇ ਸਮੇਂ ਦੇ ਵਿੱਚ। ਹੁਣ ਇਹ ਦੱਸਦੀਆਂ ਕੀ ਆ ਕਿ ਐਨਾਲਿਸਟ ਇਹ ਕਹਿੰਦੇ ਸੀ ਕਿ ਉਧਰਲੇ ਪਾਸੇ ਲੋਕਾਂ ਨੇ ਟੁੱਟ ਜਾਣਾ ਰੋਜਰ ਨਾਲੋਂ, ਮਤਲਬ ਕਿਤੇ ਘੰਟਾ ਬੰਦ ਰਹਿ ਜਾਣ ਤਾਂ ਉਹੀ ਬਹੁਤ ਜ਼ਿਆਦਾ ਹੁੰਦਾ ਫੋਨ ਤੇ। ਉਹ ਤੇ ਪੂਰਾ ਦਿਨ ਫੋਨ ਬੰਦ ਰਹੇ ਸੀ। ਜੁਲਾਈ 8 ਨੂੰ ਇਹ ਹੋਇਆ ਸੀ, ਤੁਹਾਨੂੰ ਯਾਦ ਹੋਊਗਾ ਸ਼ੁੱਕਰਵਾਰ ਦਾ ਦਿਨ ਸੀ ਉਸ ਦਿਨ। ਉਦੋਂ ਸਵੇਰੇ ਸਵੇਰੇ ਇਹਨਾਂ ਦਾ ਸੌਫਟਵੇਅਰ ਅਪਡੇਟ ਕਰਨ ਲੱਗੇ ਸੀ ਕੁਝ ਰੋਜਰ ਵਾਲੇ, ਕੋਈ ਆਈਪੀ ਨੈਟਵਰਕ ਦਾ ਕੋਈ ਗੜਬੜ ਹੋ ਗਈ ਤੇ ਸਾਰੇ ਦਾ ਸਾਰਾ ਕੁਝ ਬੰਦ ਹੋ ਗਿਆ ਤੇ ਸਾਰਾ ਕੁਝ ਹੀ ਮਤਲਬ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਰੁਕ ਗਿਆ ਸੀ। ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇੱਦਾਂ ਨਹੀਂ ਕਦੇ ਵਾਪਰਦਾ ਕਿ ਇੰਟਰਨੈਟ ਹੀ ਤੁਹਾਡਾ ਬੰਦ ਹੋ ਜਾਏ, ਫੋਨ ਹੀ ਤੁਹਾਡੇ ਬੰਦ ਹੋ ਜਾਣ। ਤੇ ਉਸ ਵੇਲੇ ਫਿਰ ਲੋਕਾਂ ਨੇ ਕਿਹਾ ਸੀ ਵੀ ਲੋਕ ਇੱਧਰਲੇ ਪਾਸੇ ਸਾਰੇ ਦੇ ਸਾਰੇ ਜਿਹੜੇ ਆ ਉਹ ਇੱਧਰੋਂ ਪਰੇ ਚਲੇ ਜਾਣਗੇ, ਪਰ ਹੋਇਆ ਉਹਦੇ ਉਲਟ। ਜਿਹੜਾ ਪੇਮੈਂਟ ਸਿਸਟਮ ਸੀਗਾ, ਈਵਨ 911 ਕਾਲ ਸੀਗੀਆਂ, ਸਾਰਾ ਕੁਝ ਹੀ ਅਨਅਵੇਲੇਬਲ ਹੋ ਗਿਆ ਸੀ। ਹੁਣ ਕਿਉਂ ਲੋਕ ਇੱਧਰਲੇ ਪਾਸੇ ਗਏ ਉਹ ਦੱਸਦੇ। ਇਹਨਾਂ ਨੇ ਇਨਵੈਸਟਮੈਂਟ ਵੀ ਬਹੁਤ ਵੱਡੀ ਕੀਤੀ ਰੋਜਰ ਨੇ, ਬਾਅਦ ਦੇ ਵਿੱਚ ਕਿਸੇ ਫਿਊਚਰ ਦੇ ਵਿੱਚ ਕੋਈ ਨੈਟਵਰਕ ਆਊਟੇਜ ਨਾ ਹੋਵੇ, ਇੱਦਾਂ ਦੀ ਗੱਲਬਾਤ ਨਾ ਵਾਪਰੇ। ਹੁਣ ਲੋਕ ਉਹ ਜਿਹੜੀ ਕੰਪਨੀ ਦਾ ਇੱਕ ਦਿਨ ਫੋਨ ਬੰਦ ਰਹੇ ਉਸੇ ਕੰਪਨੀ ਦੇ ਗਾਹਕ ਵੱਧ ਗਏ। ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਲੌਂਗ ਟਰਮ ਇੰਪੈਕਟ ਆ ਇਹਨਾਂ ਦਾ ਇਸ ਬਿਜ਼ਨਸ ਦਾ ਉਹ ਪਿਆ ਕਿਉਂਕਿ ਇਹਨਾਂ ਨੇ ਰਿਬੇਟ ਦਿੱਤੀ ਸੀ ਲੋਕਾਂ ਨੂੰ ਕਿ ਜਿਹੜਾ ਤੁਹਾਨੂੰ ਅਸੀਂ ਰਿਬੇਟ ਦੇ ਰਹੇ ਹਾਂ, ਤੁਹਾਨੂੰ ਆਹ ਅਸਰ ਪਿਆ, ਇੰਨੇ ਡਾਲਰ ਦਾ ਚੈੱਕ ਤੁਹਾਨੂੰ ਦੇ ਰਹੇ ਹਾਂ ਜਾਂ ਤੁਹਾਡੇ ਫੋਨ ਦੇ ਬਿੱਲ ਦੇ ਵਿੱਚੋਂ ਮਾਈਨਸ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਕੁਝ ਹੋਰ ਸਹੂਲਤਾਂ ਦਿੱਤੀਆਂ ਸੀ ਅੱਗੇ। ਇਹਨਾਂ ਨੇ ਕੰਮ ਕਰ ਕਾਫੀ ਦਿੱਤਾ ਸੀ ਕੀਤਾ ਸੀ। ਤੇ ਦੂਜਾ ਹੈਗਾ ਆ ਕਿ ਇਹਨਾਂ ਦੇ ਜਿਹੜੇ ਰੋਜਰਸ ਦੇ ਜਿੰਨੇ ਵੀ, ਕਿਉਂਕਿ ਇਹਨਾਂ ਦੀ ਇੰਟਰਨੈਟ ਕਸਟਮਰਸ ਵੀ ਨੇ, ਇਹਨਾਂ ਦੇ ਕੇਬਲ ਟੈਲੀਵਿਜ਼ਨ ਦੇ ਸਬਸਕ੍ਰਾਈਬਰਸ ਵੀ ਨੇ, ਇਹ ਇਹਨਾਂ ਦੇ ਸਿਕਿਉਰਿਟੀ ਕਸਟਮਰਸ ਵੀ ਨੇ ਜਿਹੜੇ ਘਰਾਂ ਦੇ ਵਿੱਚ ਹੈਗੀ ਆ, ਤੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਇਹਨਾਂ ਦਾ ਕਿਉਂਕਿ ਇਹਨਾਂ ਨੇ ਫਾਇਦਾ ਕੀਤਾ ਸੀ ਲੋਕਾਂ ਦਾ। ਕੰਪਨੀ ਨੇ 150 ਮਿਲੀਅਨ ਡਾਲਰ ਦਾ ਜਿਹੜਾ ਰਿਬੇਟ ਆ ਇਸ ਪਹਿਲੇ ਕੁਆਟਰ ਦੇ ਵਿੱਚ ਦਿੱਤਾ ਸੀਗਾ ਤੇ ਜਿਹਦੇ ਨਾਲ ਲੋਕ ਇਹਨਾਂ ਦੇ ਨਾਲ ਜੁੜ ਗਏ ਤੇ 2,21,000 ਨਵੇਂ ਵਾਇਰਲੈਸ ਕਸਟਮਰ ਜਿਹੜੇ ਇਹਨਾਂ ਨਾਲ ਜੁੜੇ ਆ ਤੇ ਜਿਹੜੇ ਪ੍ਰੀਪੇਡ ਹੈਗੇ ਆ ਉਹ ਵੀ ਤੇ ਜਿਹੜੇ ਦੂਜੇ ਆ ਉਹ ਵੀ। ਸੋ ਹੁਣ ਉਸ ਵੇਲੇ ਇਹਨਾਂ ਨੇ ਕਿਹਾ ਸੀ ਕਿ ਸਾਡਾ ਇੱਕ ਨੈਟਵਰਕ ਦਾ ਐਰਰ ਸੀਗਾ, ਇਸ ਕਰਕੇ ਸਾਰਾ ਕੁਝ ਹੋ ਗਿਆ ਸੀ। ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਤੇ ਇਹ ਗੱਲ ਇਹ ਵੀ ਦੱਸਦੀ ਆ ਕਿ ਲੋਕਾਂ ਦਾ ਇਸ ਕੰਪਨੀ ਦੇ ਵਿੱਚ ਯਕੀਨ ਆ ਤੇ ਜਿਹੜੀ ਉਹਨਾਂ ਨੇ ਰਿਬੇਟ ਦਿੱਤੀਆਂ, ਜਿਹੜੀਆਂ ਉਹਨਾਂ ਦੀਆਂ ਸਰਵਿਸਿਜ਼ ਹੈ ਉਹਨੂੰ ਐਪਰੀਸ਼ੀਏਟ ਕਰਕੇ ਜਾਂ ਕਹਿ ਲਓ ਉਹਦੇ ਫਾਇਦੇ ਨੂੰ ਦੇਖਦੇ ਹੋਏ ਹੋਰ ਲੋਕ ਰੋਜਰਸ ਵੱਲੋਂ ਗਏ ਆ, ਜਦੋਂ ਕਿ ਆਸ ਇੱਦਾਂ ਕੀਤੀ ਜਾ ਰਹੀ ਸੀ ਕਿ ਏਡਾ ਵੱਡੀ ਸੱਟ ਇਸ ਕੰਪਨੀ ਨੂੰ ਲੱਗਣੀ ਆ ਕਿ ਇਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਸੰਕਟ ਦੇ ਵਿੱਚ ਇਸ ਕੰਪਨੀ ਨੇ ਆ ਜਾਣਾ। ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਆਉਂਦੇ ਨੇ, ਇਹਨਾਂ ਦੀ ਲੋੜ ਵੀ ਆ, ਪਰ ਇੱਥੇ ਇਹ ਵੀ ਆਪਾਂ ਅਕਸਰ ਸੁਣਦੇ ਹਾਂ ਕਿ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਉਹਨਾਂ ਦੇ ਨਾਲ ਧੱਕਾ ਵੀ ਹੁੰਦਾ, ਜਾਂ ਇੱਦਾਂ ਕਹਿ ਲਓ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਨਾਇਨਸਾਫੀ ਹੁੰਦੀ ਹੈ, ਕਿਤੇ ਪੂਰੇ ਪੈਸੇ ਨਹੀਂ ਦਿੱਤੇ ਜਾਂਦੇ, ਉਹਨਾਂ ਦੇ ਵੇਜਸ ਪੂਰੇ ਨਹੀਂ ਹੁੰਦੇ, ਜਾਂ ਹੋਰ ਗੱਲਾਂ ਬਾਤਾਂ ਵੀ ਸਾਹਮਣੇ ਆਉਂਦੀਆਂ। ਉਹਦੇ ਹੁਣ ਵੱਖਰੇ ਵੱਖਰੇ ਕਾਰਨ ਸਾਹਮਣੇ ਆ ਰਿਹਾ ਵੀ ਇਹਦੇ ਕਾਰਨ ਕੀ ਆ ਕਿ ਇਸ ਵਿਅਕਤੀ ਦੇ ਨਾਲ ਧੱਕਾ ਹੁੰਦਾ ਤੇ ਕਿਹੜੇ ਵਿਅਕਤੀ ਇੱਥੇ ਜ਼ਿਆਦਾ ਆ ਰਹੇ ਆ। ਇੱਕ ਪ੍ਰੋਗਰਾਮ ਇੱਥੇ ਹੁੰਦਾ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੀ ਆ ਕਿ ਤੁਸੀਂ ਇੱਕ ਬੰਦਾ ਇੱਥੇ ਕੈਨੇਡਾ ਨੂੰ ਬੰਦੇ ਚਾਹੀਦੇ ਆ ਟੈਂਪਰੇਰੀ ਕੰਮ ਕਰਨ ਦੇ ਲਈ, ਕਿਸੇ ਫਾਰਮ ਦੇ ਵਿੱਚ, ਕਿਸੇ ਹੋਰ ਥਾਂ ਦੇ ਉੱਤੇ, ਜਾਂ ਈਵਨ ਵੱਡੀਆਂ ਐਪਲ ਵਰਗੀਆਂ ਕੰਪਨੀਆਂ ਨੂੰ ਕੋਈ ਕੰਮਕਾਰ ਇੱਥੇ ਕੰਮ ਚਾਹੀਦੇ, ਇੰਜੀਨੀਅਰ ਚਾਹੀਦੇ ਟੈਂਪਰੇਰੀ ਆ, ਉਹ ਬਾਹਰੋਂ ਇੱਥੇ ਸੱਦ ਲੈਂਦੇ ਆ, ਉਹਨਾਂ ਨੂੰ ਵਰਕ ਪਰਮਿਟ ਜਿਹੜਾ ਦੇ ਦਿੰਦੇ ਆ ਤੇ ਉਹ ਫਿਰ ਉਹ ਬੰਦਾ ਉਸ ਕੰਪਨੀ ਦੇ ਨਾਲ ਹੀ ਕੰਮ ਕਰਦਾ ਤੇ ਉੱਥੇ ਇੱਕ ਸਮੇਂ ਤੋਂ ਬਾਅਦ ਉਹਦਾ ਵਰਕ ਪਰਮਿਟ ਖਤਮ ਹੋ ਜਾਂਦਾ, ਉਹ ਵਾਪਸ ਚਲਿਆ ਜਾਂਦਾ। ਜੇ ਨਹੀਂ ਜਾਂਦਾ ਤੇ ਉਹ ਇੱਥੇ ਪੱਕਾ ਹੋਣ ਦੇ ਲਈ ਅਪਲਾਈ ਕਰਨ ਦਾ। ਉਹ ਜਿਹੜੀ ਕਲਾਸ ਆ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਜਿਹੜੇ ਲੋਕ ਆਉਂਦੇ ਆ ਉਹਨਾਂ ਨਾਲ ਸਭ ਤੋਂ ਜ਼ਿਆਦਾ ਧੱਕਾ ਹੁੰਦਾ। ਬਹੁਤ ਸਾਰਾ ਕੰਮ ਇੱਥੇ ਇੱਕ ਤਰੀਕੇ ਦੇ ਨਾਲ ਹੁੰਦਾ, ਕਾਨੂੰਨੀ ਆ ਉਹ, ਪਰ ਉਹਦਾ ਦੂਜਾ ਪੱਖ ਵੀ ਹੁੰਦਾ। ਹੁਣ ਜਿਹੜਾ ਬੰਦਾ ਕੋਈ ਇੱਥੇ ਘੁੰਮਣ ਫਿਰਨ ਆਉਂਦਾ, ਕਈ ਵਾਰੀ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦਾ, ਉਹ ਇੱਥੇ ਆ ਕੇ ਉਸ ਪ੍ਰੋਗਰਾਮ ਦੇ ਤਹਿਤ ਕੰਮ ਦੇ ਵਿੱਚ ਚਲਿਆ ਜਾਂਦਾ ਤੇ ਉਹ ਇਹ ਕਹਿ ਦਿੰਦਾ ਜੀ ਮੈਂ ਇੱਥੇ ਆਇਆ ਸੀ ਕੈਨੇਡਾ, ਮੇਰਾ ਇੱਥੇ ਰਹਿਣ ਨੂੰ ਜੀ ਕਰਿਆ, ਮੈਨੂੰ ਸੋਹਣਾ ਬਹੁਤ ਲੱਗਿਆ ਤੇ ਮੈਂ ਇਹਦੇ 'ਚ ਅਪਲਾਈ ਕਰਕੇ ਆ ਕੰਮ ਦੇ ਵਿੱਚ ਚਲੇ ਗਿਆ ਤੇ ਹੁਣ ਮੈਨੂੰ ਪੱਕਾ ਕੀਤਾ ਜਾਵੇ, ਜਿਹੜਾ ਕਿ ਲੋਕ ਸਰਕਾਰ ਕਹਿੰਦੀ ਹੈ ਜਾਇਜ਼ ਵੀ ਹੈ, ਕਾਨੂੰਨਨ ਸਹੀ ਹੈ, ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਕਿ ਕੋਈ ਬੰਦਾ ਆ ਸਕਦਾ ਹੈ ਇੱਥੇ, ਉਹਨੂੰ ਚੰਗਾ ਲੱਗ ਸਕਦਾ ਤੇ ਉਹ ਆਪਣਾ ਮਨ ਬਦਲ ਸਕਦਾ ਤੇ ਇੱਥੇ ਰਹਿ ਸਕਦਾ, ਜਿਹੜੇ ਦੇਸ਼ 'ਚੋਂ ਆਇਆ ਉਹਨੂੰ ਛੱਡ ਸਕਦਾ ਆ। ਪਰ ਹੁੰਦਾ ਇਹਦੇ ਉਲਟਾ ਕਈ ਵਾਰੀ ਕਿ ਬੰਦਾ ਆਉਂਦਾ ਹੀ ਇਸ ਕਰਕੇ ਆ ਵੀ ਉਹਨੇ ਇੱਥੇ ਆ ਕੇ ਪੱਕਾ ਹੋਣਾ ਹੁੰਦਾ। ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਇਹਦੇ ਉੱਤੇ ਹਮੇਸ਼ਾ ਸਵਾਲ ਉੱਠਦੇ ਰਹੇ ਆ
ਜਿਹੜੇ ਜਸਟਿਨ ਟਰੂਡੋ ਇਸ ਵੇਲੇ ਸਾਡੇ ਪ੍ਰਧਾਨ ਮੰਤਰੀ ਨੇ, 2014 ਦੇ ਵਿੱਚ ਵੀ ਇਹ ਲਿਬਰਲ ਦੇ ਵੱਡੇ ਲੀਡਰ ਹੁੰਦੇ ਸੀ, ਉਸ ਵੇਲੇ ਇਹਨਾਂ ਨੇ ਕਿਹਾ ਸੀ ਵੀ ਇਸ ਪ੍ਰੋਗਰਾਮ ਦੇ ਉੱਤੇ ਸਾਨੂੰ ਦੁਬਾਰਾ ਜਿਹੜਾ ਕੰਮਕਾਰ ਕਰਨਾ ਚਾਹੀਦਾ ਜਾਂ ਨਜ਼ਰ ਰੱਖਣੀ ਚਾਹੀਦੀ ਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਧੱਕਾ ਕਿਉਂ ਹੁੰਦਾ ਆ, ਜਾਂ ਇਹਦੇ ਤਹਿਤ ਜ਼ਿਆਦਾ ਲੋਕ ਕਿਉਂ ਸੱਦੇ ਜਾਂਦੇ। ਜੇ ਤੁਹਾਨੂੰ ਵਰਕਰ ਚਾਹੀਦੇ ਤਾਂ ਪੱਕੇ ਕਿਉਂ ਨਹੀਂ ਸੱਦ ਲੈਂਦੇ, ਉਹ ਬੰਦੇ ਨੂੰ PR ਕਿਉਂ ਨਹੀਂ ਦੇ ਦਿੰਦੇ, ਤੁਸੀਂ ਉਹਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਪਾਇਆ ਹੀ ਕਿਉਂ ਜਾਂਦਾ। ਸੋ ਲਿਬਰਲ ਪਾਰਟੀ ਦੇ ਵਿੱਚ ਹੀ ਇਹਨਾਂ ਨੇ ਗੱਲਬਾਤ ਚੱਕੀ ਸੀ ਔਰ ਅਖਬਾਰਾਂ ਦੇ ਵਿੱਚ ਉਸ ਵੇਲੇ 2014 ਦੇ ਵਿੱਚ ਇਹ ਛਪੀ ਸੀ ਕਿ ਇਹ ਪ੍ਰੋਗਰਾਮ ਨੂੰ ਫਿਕਸ ਕੀਤਾ ਜਾਵੇ ਵੀ ਇਹਦੇ 'ਚ ਸਮੱਸਿਆ ਆ। ਹੁਣ ਜਸਟਿਨ ਟਰੂਡੋ ਹੁਣੀ ਉਦੋਂ ਦੇ ਪ੍ਰਧਾਨ ਮੰਤਰੀ ਨੇ 15 'ਚ ਬਣੇ ਸੀਗੇ ਤੇ ਹੁਣ ਤੱਕ ਦੇਖ ਲਓ ਵੀ ਚੱਲੇ ਆਉਂਦੇ ਆ, ਤੇ ਇਸ ਵੇਲੇ ਹੁਣ ਉਹਨੂੰ ਕਰਨਾ ਤਾਂ ਕੀ ਸੀ, ਉਹ ਸਾਰਾ ਕੁਝ ਜਿਹੜਾ ਆ ਉਹਦੇ ਵਿੱਚ ਜ਼ਿਆਦਾ ਜਿਹੜਾ ਉਹ ਗਿਣਤੀ ਲੋਕਾਂ ਦੀ ਵੱਧ ਗਈ ਆ। ਉਸ ਵੇਲੇ ਜਸਟਿਨ ਟਰੂਡੋ ਇਹ ਕਹਿ ਰਹੇ ਸੀਗੇ ਕਿ ਸਾਨੂੰ ਇਹਦੇ ਉੱਤੇ ਜਿਹੜਾ ਦੇਖਣਾ ਚਾਹੀਦਾ, ਵੀ ਇਹਦੇ ਉੱਤੇ ਫੋਕਸ ਕਰਨਾ ਚਾਹੀਦਾ, ਇਹਦਾ ਓਰੀਜਨਲ ਪਰਪਸ ਸਾਨੂੰ ਦੇਖਣਾ ਚਾਹੀਦਾ ਵੀ ਹੋ ਰਿਹਾ। ਓਰੀਜਨਲ ਪਰਪਸ ਇਹਦਾ ਕੀ ਹੈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦਾ, ਕਿ ਜਿਹੜੀਆਂ ਜੌਬਸ ਲਿਮਟਿਡ ਬੇਸਿਸ ਦੇ ਉੱਤੇ ਚਾਹੀਦੀਆਂ ਕੈਨੇਡਾ ਦੇ ਵਿੱਚ, ਤੇ ਕੈਨੇਡਾ ਦੇ ਜਿਹੜੇ PR ਜਾਂ ਸਿਟੀਜ਼ਨ ਨੇ ਉਹ ਅਵੇਲੇਬਲ ਨਹੀਂ ਆ, ਉਹਦੇ ਲਈ ਬਾਹਰੋਂ ਬੰਦੇ ਸੱਦ ਲੈ ਜਾਣ। ਤੇ ਹੁਣ ਜਦੋਂ ਦੇ ਇਹ ਇੱਥੇ ਹੈਗੇ ਆ ਤੇ ਉਹ ਸਾਰਾ ਕੁਝ ਜਿਹੜਾ ਦੁੱਗਣਾ ਵੀ ਹੋ ਗਿਆ ਫੋਰਨ ਲੇਬਰ ਇੱਥੇ ਆਉਣੀ। 2021 ਦੇ ਆਖਰ ਤੱਕ 7,75,000 ਲੋਕ ਕੈਨੇਡਾ ਦੇ ਵਿੱਚ ਉਹ ਸੀ ਜਿਹੜੇ ਬਾਹਰੋਂ ਆ ਕੇ ਟੈਂਪਰੇਰੀ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਆ। 7,75,000 ਪਿਛਲੇ ਸਾਲ ਦੇ ਦਸੰਬਰ ਤੱਕ। ਇਹ 92% ਵਧੇ ਆ 2015 ਤੋਂ ਲੈ ਕੇ, ਤੇ 600% ਵਧਿਆ 2000 ਤੋਂ ਲੈ ਕੇ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜਿਹਦੇ ਵਿੱਚ 82,000 ਪਰਮਿਟ ਹੋਲਡਰਸ ਨੇ 2009 ਦੇ ਵਿੱਚ ਸਿਖਰ ਦੇ ਉੱਤੇ ਚਲੇ ਗਏ ਸੀ, ਪੀਕ ਸੀ ਇਹਨਾਂ ਦੀ ਉਸ ਵੇਲੇ। ਬਾਕੀ ਜਿਹੜੇ ਆ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਤਹਿਤ ਆਉਂਦੇ ਆ, ਤੇ ਇਹਨਾਂ ਦੋਹਾਂ ਨੂੰ ਮਿਲ ਕੇ ਆ 20 ਸਾਲਾਂ ਦੇ ਵਿੱਚ 2009 ਤੋਂ ਲਾ ਲਓ ਹੁਣ ਤੱਕ 2 ਦਹਾਕਿਆਂ ਦੇ ਵਿੱਚ ਇੱਕਦਮ ਏਡੀ ਵੱਡੀ ਗਰੋਥ ਹੋਈ ਆ ਕਿ ਪਹਿਲਾਂ ਕਦੇ ਕੈਨੇਡਾ ਦੇ ਵਿੱਚ ਇਹ ਕੈਟਾਗਰੀ ਇੱਥੇ ਨਹੀਂ ਸੀ। ਕੈਨੇਡਾ ਦੇ ਵਿੱਚ ਇੱਥੇ ਆਉਣ ਦੇ ਕਈ ਤਰੀਕੇ ਨੇ, ਜਿਨ੍ਹਾਂ ਦੇ ਵਿੱਚ ਹੁਣ ਸਕਿਲਡ ਵਰਕਰ ਆ ਜਿਹੜਾ ਉਹਦੇ ਥਰੂ ਆਇਆ ਜਾਂਦਾ, ਜਾਂ ਪਹਿਲਾਂ ਵੀ ਵੱਖਰੇ ਪ੍ਰੋਗਰਾਮ ਸੀਗੇ ਕਿ ਜੇ ਤੁਸੀਂ ਅਪਲਾਈ ਕਰਦੇ ਹੋ ਤੁਹਾਡੇ ਇੰਨੇ ਪੁਆਇੰਟ ਬਣਦੇ ਆ, ਤੁਹਾਨੂੰ PR ਦੇ ਦਿੰਦੇ ਆ। ਦੂਜਾ ਜਿਹੜਾ ਤੁਸੀਂ ਫੈਮਿਲੀ ਦੇ ਨਾਲ ਆਉਂਦੇ, ਤੁਹਾਡਾ ਕੋਈ ਸਪਾਊਸ ਇੱਥੇ ਆ, ਫਿਰ ਉਹਦਾ ਪਹਿਲਾਂ ਸਾਰਾ ਪਰਿਵਾਰ ਆ ਜਾਂਦਾ ਸੀ, ਹੁਣ ਹਸਬੈਂਡ ਦੇ ਨਾਲ ਵਾਈਫ ਜਾਂ ਵਾਈਫ ਨਾਲ ਹਸਬੈਂਡ, ਜਾਂ ਇਸ ਤਰੀਕੇ ਦੇ ਨਾਲ ਆਉਂਦੇ ਆ। ਪਰ ਜਿਹੜੀ ਟੈਂਪਰੇਰੀ ਫੋਰਨ ਲੇਬਰ ਆ ਇਹ ਜਿਹੜੀ ਆ ਰਹੀ ਆ ਔਰ ਇਹਦਾ ਨੰਬਰ ਵੱਧ ਰਿਹਾ ਆ, ਇਹ ਇੱਕ ਵੱਡੀ ਇੱਥੇ ਸਮੱਸਿਆ ਬਣ ਰਹੀ। ਸਮੱਸਿਆ ਇਸ ਕਰਕੇ ਬਣ ਰਹੀ ਆ ਕਿ ਇਹਨਾਂ ਲੋਕਾਂ ਦੇ ਨਾਲ ਹੀ ਧੱਕਾ ਹੁੰਦਾ, ਇਹਨਾਂ ਲੋਕਾਂ ਨੂੰ ਲੋ ਵੇਜ ਦੀ ਲੇਬਰ ਦਿੱਤੀ ਜਾਂਦੀ ਆ, ਇਹਨਾਂ ਦੇ ਨਾਲ ਹੀ ਜਿਹੜੇ, ਕਿਉਂਕਿ ਇਹੀ ਬੋਲਦੇ ਨਹੀਂ ਆਪਣੇ ਹੱਕਾਂ ਦੇ ਲਈ, ਬੋਲ ਨਹੀਂ ਸਕਦੇ ਕਿਉਂਕਿ ਇੱਥੇ ਪੱਕੇ ਨਹੀਂ ਆ, ਉਨੀਆਂ ਉਹਨਾਂ ਕੋਲ ਸ਼ਿਕਾਇਤਾਂ ਘੱਟ ਹੋਣਗੀਆਂ। ਬਈ ਕਿਤੇ ਇੱਦਾਂ ਤਾਂ ਨਹੀਂ, ਜੇ ਤਾਂ ਤੁਹਾਨੂੰ ਵਰਕਰ ਚਾਹੀਦੇ ਆ, ਥੋੜ੍ਹੇ ਬਹੁਤੇ ਵਰਕਰ ਚਾਹੀਦੇ, ਉਹ ਤਾਂ ਟੈਂਪਰੇਰੀ ਪ੍ਰੋਗਰਾਮ ਦੇ ਤਹਿਤ ਬਾਹਰੋਂ ਸੱਦੇ ਜਾ ਸਕਦੇ। ਜੇ ਤੁਹਾਨੂੰ ਵਰਕਰ ਹੀ ਇੰਨੇ ਚਾਹੀਦੇ ਆ, ਤੇ ਚਾਹੀਦੇ ਵੀ ਇੰਨਾ ਲੰਬਾ ਸਮਾਂ ਆ ਵੀ 2009 ਤੋਂ ਲੈ ਕੇ ਹੁਣ ਤੱਕ ਉਹ ਕਿੰਨੇ ਗੁਣਾ, ਉਹਨਾਂ ਦੇ ਵਿੱਚ 600 ਗੁਣਾ ਵਾਧਾ ਹੋ ਗਿਆ ਜਾਂ 90 ਗੁਣਾ ਵਾਧਾ ਹੋ ਗਿਆ ਪਿਛਲੇ ਸਾਲਾਂ ਦੇ ਮੁਕਾਬਲੇ, ਤਾਂ ਫਿਰ ਉਹਨਾਂ ਨੂੰ ਪੱਕੇ ਕਿਉਂ ਨਹੀਂ ਕੀਤਾ ਜਾਂਦਾ। ਕਿਤੇ ਇੱਦਾਂ ਤਾਂ ਨਹੀਂ ਆ ਕਿ ਅਸਲ ਦੇ ਵਿੱਚ ਜਿਹੜੇ ਇੰਪਲੋਇਰ ਨੇ ਜਾਂ ਸਰਕਾਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚਾਹੁੰਦੀ ਆ ਵੀ ਇਹ ਘੱਟ ਪੇ 'ਤੇ ਕੰਮ ਕਰਨ ਵਾਲੇ ਲੋਕ ਹੀ ਜ਼ਿਆਦਾ ਇੱਥੇ ਹੋਣ। ਪੱਕੇ ਕਰੋਗੇ ਤਾਂ ਉਹ ਜ਼ਿਆਦਾ ਪੈਸੇ ਮੰਗਣਗੇ ਤੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਵੱਧ ਹੋਣਗੀਆਂ। ਇਹ ਵੀ ਇੱਕ ਪੱਖ ਇਸ ਗੱਲ ਦਾ ਸਾਹਮਣੇ ਆ ਰਿਹਾ ਕਿ ਇੱਦਾਂ ਜਿਹੜੇ ਇਕੋਨੋਮਿਸਟ ਨੇ ਉਹ ਇਹਦੇ ਉੱਤੇ ਸਵਾਲ ਕਰ ਰਹੇ ਆ, ਔਰ ਬਹੁਤ ਸਾਰੇ ਵੱਡੇ ਗਰੁੱਪ ਨੇ ਇਹਦੇ 'ਤੇ, ਬਹੁਤ ਵੱਡੇ ਉਹ ਗਰੁੱਪਸ ਦੇ ਵਿੱਚ ਹੁਣ ਡਿਸਕਸ਼ਨ ਚੱਲ ਰਹੀ ਆ ਵੀ ਇਹ ਜਿਹੜੀਆਂ ਕੰਪਨੀਆਂ ਆ ਚੀਪ ਲੇਬਰ ਹਾਇਰ ਕਰ ਰਹੀਆਂ, ਸਸਤੀ ਲੇਬਰ ਆ, ਤੇ ਦੂਜੇ ਪਾਸੇ ਉਹਨਾਂ ਨੂੰ ਫਾਇਦਾ ਇਹਦੇ ਵਿੱਚੋਂ ਇਸੇ ਪ੍ਰੋਗਰਾਮ ਦੇ ਤਹਿਤ ਹੀ ਉਹ ਇਹਨਾਂ ਨੂੰ ਇੱਥੇ ਸੱਦੀ ਜਾਂਦੇ ਆ। ਤੁਹਾਡੇ ਵੇਜਸ ਵੀ ਘੱਟ ਆ ਤੇ ਜ਼ਿਆਦਾ ਵਰਕਰ ਤੁਸੀਂ ਸੱਦ ਸਕਦੇ ਹੋ, ਉਹਨਾਂ ਦੇ ਰਾਈਟਸ ਵੀ ਘੱਟ ਹੋਣਗੇ। ਤੇ ਜਦੋਂ ਤੁਹਾਨੂੰ ਟੈਂਪਰੇਰੀ ਫੋਰਨ ਵਰਕਰ ਤੁਹਾਡੇ ਕੰਟਰੈਕਟ ਦੇ ਵਿੱਚ, ਤੁਹਾਡੇ ਦੂਜਾ ਵਰਕਰ ਜਾਂਦਾ ਕਿਤੇ ਨਹੀਂ। ਜਿਹੜਾ ਬੰਦਾ ਬਾਹਰੋਂ ਟੈਂਪਰੇਰੀ ਕੰਮ ਕਰਨ ਦੇ ਲਈ ਕੈਨੇਡਾ ਦੇ ਵਿੱਚ ਆ ਗਿਆ, ਜਿਹੜੀ ਕੰਪਨੀ ਦੇ ਵਿੱਚ ਆ ਗਿਆ, ਜੇ ਉਹਦਾ ਓਪਨ ਵਰਕ ਪਰਮਿਟ ਨਹੀਂ ਹੈ ਤਾਂ ਤੁਹਾਡੇ ਨਾਲ ਹੀ ਕੰਮ ਕਰੂਗਾ। ਤੇ ਹੁਣ ਜੇ ਤੁਹਾਡੇ ਨਾਲ ਹੀ ਕੰਮ ਕਰੂਗਾ ਤੇ ਇਹਦਾ ਮਤਲਬ ਇਹ ਹੈ ਕਿ ਉਹਨੂੰ ਐਕਸਪਲੋਇਟ ਜ਼ਿਆਦਾ ਸੌਖੀ ਤਰ੍ਹਾਂ ਕੀਤਾ ਜਾ ਸਕਦਾ। ਇਹ ਇਕਨੋਮਿਕ ਮਾਹਰ ਜਿਹੜੇ ਆ ਉਹ ਦੱਸ ਰਹੇ ਆ। ਬਹੁਤ ਸਾਰੇ ਇਹਨਾਂ ਨੇ ਬਦਲਾਅ ਇਸ ਪ੍ਰੋਗਰਾਮ ਦੇ ਵਿੱਚ ਲੰਬਾ ਸਮਾਂ ਕਰਦੇ ਰਹੇ ਆ। ਜਿਹੜੇ ਇੰਪਲੋਇਰ ਨੇ ਬਹੁਤ ਸਾਰੀਆਂ ਇੰਡਸਟਰੀ ਦੇ ਵਿੱਚ 20% ਤੱਕ ਉਹ ਵਰਕ ਫੋਰਸ ਹਾਇਰ ਕਰ ਸਕਦੇ ਆ, ਔਰ ਜਿਹੜੀ ਲੋ ਵੇਜਸ ਵਾਲੀ ਹੁੰਦੀ ਆ ਇਹ ਹੁਣ ਪਹਿਲਾਂ 10 ਕਰ ਸਕਦੇ ਸੀ, ਹੁਣ 20 ਕਰ ਸਕਦੇ ਆ। ਵੀ ਜੇ 100 ਮੁਲਾਜ਼ਮ ਆ ਤੁਹਾਡੇ ਕੋਲੋਂ, ਤੁਸੀਂ 20 ਇਹ ਭਰਤੀ ਕਰ ਸਕਦੇ, ਪਹਿਲਾਂ 10 ਕਰ ਸਕਦੇ ਸੀ, ਬਾਕੀ ਤੁਹਾਨੂੰ ਕੈਨੇਡਾ 'ਚ ਰੱਖਣੇ ਪੈਣੇ ਆ। ਉਹ ਹੁਣ 10 ਤੋਂ 20 ਕਰ ਦਿੱਤੇ, ਇਹਦੇ ਨਾਲ ਉਹਨਾਂ ਦੀ ਗਿਣਤੀ ਹੋਰ ਵੱਧ ਗਈ। ਜਿਹੜੀ 7 ਸੈਕਟਰ ਦੱਸਦੇ ਆ ਜਿਨ੍ਹਾਂ ਦੇ ਵਿੱਚ ਲੇਬਰ ਸ਼ਾਰਟੇਜ ਇਸ ਵੇਲੇ ਸਭ ਤੋਂ ਵੱਡੀ ਆ, ਹੌਸਪੀਟਲਸ ਨੇ, ਕੰਸਟਰਕਸ਼ਨ ਆ, ਹੌਸਪਿਟੈਲਿਟੀ ਆ, ਇਹਨਾਂ ਦੇ ਵਿੱਚ 30% ਤੱਕ ਵੀ ਇਹਨਾਂ ਦੀ ਜਿਹੜੀ ਆ ਉਹ ਇਨਪੁੱਟ ਕਰ ਦਿੱਤੀ ਸੀ ਕਿ 30% ਤੱਕ ਵੀ ਇਹ ਹੋ ਸਕਦੇ ਆ।
ਦੂਜਾ ਲੋ ਵੇਜ ਜਿਹੜੇ ਲੋ ਵੇਜ ਪੋਜੀਸ਼ਨਸ ਹੈਗੀਆਂ ਵੀ ਜਿੰਨੇ ਤੁਹਾਡੀਆਂ ਉਹਨਾਂ ਨੂੰ ਮਿਨੀਮਮ ਵੇਜਸ ਜਾਂ ਜਿੰਨੀ ਉਹਨਾਂ ਨੂੰ ਤਨਖਾਹ ਪਰ ਆਵਰ ਦੇ ਹਿਸਾਬ ਨਾਲ ਦਿੱਤੀ ਜਾ ਸਕਦੀ ਉਹਦੇ ਤੋਂ ਵੀ ਥੱਲੇ ਦਿੱਤੀ ਜਾਂਦੀ ਹੈ, ਜਿੱਦਾਂ ਫਿਸ਼ ਸੀ ਫੂਡ ਪ੍ਰੋਸੈਸਿੰਗ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਹਾਇਰ ਕਰ ਸਕਦੇ ਆ। ਇਹ ਪਹਿਲਾਂ ਇਹ 180 ਦਿਨ ਲਈ ਹਾਇਰ ਹੁੰਦੇ ਸੀ, ਕਿਉਂਕਿ 180 ਦਿਨ ਲਈ ਕਿਉਂਕਿ ਟੈਂਪਰੇਰੀ ਆ, ਸਾਲ ਦੇ ਵਿੱਚ ਤੁਹਾਨੂੰ ਇੰਨਾ ਕੁ ਚਿਰ ਹੀ ਕੰਮ ਚਾਹੀਦਾ। ਹੁਣ ਉਹਨਾਂ ਨੂੰ ਵਧਾ ਕੇ ਇਹਨਾਂ ਨੇ 270 ਦਿਨ ਕਰ ਦਿੱਤਾ ਕਿ 270 ਦਿਨ ਤੱਕ ਤੁਸੀਂ ਉਹਨਾਂ ਨੂੰ ਇੱਥੇ ਵੀਜ਼ਾ ਕਹਿ ਲਓ ਜਾਂ ਉਹਨਾਂ ਦਾ ਪਰਮਿਟ ਦਿੱਤਾ ਜਾ ਸਕਦਾ ਆ। ਉਹ ਕੰਪਨੀ ਕਰਦੀ ਕੀ ਆ, ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹਨੂੰ LMIA ਕਹਿੰਦੇ ਆ, ਉਹ LMIA ਉਹਨੂੰ ਦੱਸਣੀ ਪੈਂਦੀ ਆ ਵੀ ਉਹਨੂੰ ਇਹ ਕਹਿਣਾ ਪੈਂਦਾ ਇਸ ਜਿਹੜੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਤਹਿਤ ਕਿ ਸਾਨੂੰ ਫੋਰਨ ਲੇਬਰ ਚਾਹੀਦੀ ਆ। ਇਹ ਜਿਹੜੀ ਲੇਬਰ ਮੈਨੂੰ ਚਾਹੀਦੀ ਆ, ਇਹ ਲੇਬਰ ਕੈਨੇਡਾ ਦੇ PR ਦੇ ਵਿੱਚ ਜਾਂ ਇੱਥੇ ਸਿਟੀਜ਼ਨ ਦੇ ਵਿੱਚ ਅਵੇਲੇਬਲ ਨਹੀਂ ਆ ਇਹ ਜੌਬ ਨੂੰ ਫਿਲ ਕਰਨ ਦੇ ਲਈ। ਤੇ ਇਹਦੇ ਤਹਿਤ LMIA ਦੇ ਪ੍ਰੋਗਰਾਮ ਦੇ ਤਹਿਤ ਇਹ 18 ਮਹੀਨੇ ਤੱਕ ਹੁਣ ਵੈਲਿਡ ਕਰਤੀ, ਪਹਿਲਾਂ ਇਹ 9 ਮਹੀਨੇ ਤੱਕ ਹੁੰਦੀ ਸੀ। ਜੇ ਕੰਪਨੀ ਉਹ ਵੇਜ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੂੰ ਦਿੰਦੇ ਆ ਤੇ ਉਹ ਜਿਹੜਾ ਇੱਕ ਉਸ ਪ੍ਰੋਵਿੰਸ ਦਾ ਜਿਹੜਾ ਵੇਜਸ ਆ ਉਹਦੇ ਤੋਂ ਥੱਲੇ ਆ ਤਾਂ ਉਹਨੂੰ ਫਿਰ ਇਹਦੇ ਵਿੱਚ LMI ਦੇ ਨਾਲ ਹੀ ਉਹ ਵੀ ਅਪਲਾਈ ਕਰਨਾ ਪੈਂਦਾ। ਸੋ ਇਹ ਜਿਹੜਾ ਇਸ ਹਿਸਾਬ ਦੇ ਨਾਲ ਉਹ ਵਰਕਰ ਇੱਥੇ ਆਉਂਦੇ ਨੇ ਤੇ ਫਿਰ ਉਹ ਬਹੁਤੇ ਫਾਰਮ ਵਰਕਰ ਹੁੰਦੇ ਨੇ ਇੱਥੇ। ਇਹ ਵੀ ਦੇਖਣ ਵਾਲੀ ਗੱਲ ਆ 2017 ਤੋਂ ਲੈ ਕੇ 2021 ਤੱਕ ਜਿਹੜੇ EMPLOYERS ਨੂੰ ਸਭ ਤੋਂ ਵੱਧ LMIA ਮਿਲੀਆਂ ਜਾਂ ਜਿਨ੍ਹਾਂ ਨੂੰ ਉਹ ਇਹ ਫੋਰਨ ਵਰਕਰ ਦੀ ਉਹ ਮਿਲੀ ਆ ਕਿ ਇੰਨੇ ਜਣੇ ਤੁਸੀਂ ਸੱਦ ਸਕਦੇ ਆ, 3,12,000 ਤੋਂ ਜ਼ਿਆਦਾ ਪੋਜੀਸ਼ਨ ਦੱਸਦੇ ਇਸ ਪ੍ਰੋਗਰਾਮ ਦੇ ਤਹਿਤ ਐਗਰੀਕਲਚਰ ਸਟਰੀਮ ਦੇ ਵਿੱਚ ਗਈਆਂ, ਜਿਹੜੀਆਂ ਕਿ 93,000 ਪੋਜੀਸ਼ਨਸ ਅਪਰੂਵ ਹੋਈਆਂ ਹਾਈ ਵੇਜ ਸਟਰੀਮ ਦੇ ਵਿੱਚ, 99,000 ਜਿਹੜੀਆਂ ਉਹ ਲੋ ਵੇਜ ਅਪਰੂਵ ਦੇ ਵਿੱਚ ਹੋਈਆਂ। ਹੁਣ ਇਹ ਜਿਹੜਾ ਡਾਟਾ ਸਾਹਮਣੇ ਆ ਰਿਹਾ ਆ ਇਹਦੇ ਤੋਂ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਤੋਂ ESDC ਤੋਂ, ਉਹਦੇ ਵਿੱਚੋਂ ਇਹ ਸਾਰੀ ਗੱਲਬਾਤ ਤੁਹਾਨੂੰ ਸਾਹਮਣੇ ਪਤਾ ਲੱਗਦੀ ਕਿ ਕਿੰਨੇ ਮੁਲਾਜ਼ਮਾਂ ਨੂੰ ਘੱਟ ਤਨਖਾਹ ਦੀ। ਔਰ ਵੱਡੀਆਂ ਕੰਪਨੀਆਂ ਇਹਦੇ ਵਿੱਚ ਸਿਰਫ ਫਾਰਮ ਵਰਕਰ ਨਹੀਂ, Amazon ਵਰਗੀਆਂ ਕੰਪਨੀਆਂ ਵੀ ਬਾਹਰੋਂ ਬੰਦੇ ਸੱਦਦੀਆਂ ਔਰ ਉਹਨਾਂ ਨੂੰ ਤਾਂ ਮਿਨੀਮਮ ਵੇਜਸ ਤੱਕ ਹੀ ਉਹਨਾਂ ਤੋਂ ਕਿਤੇ ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ। ਵੱਡੀਆਂ ਟੈਕ ਕੰਪਨੀ ਨੇ ਇਹਨਾਂ ਨੇ 2181 ਜੌਬਸ ਅਪਰੂਵ ਕੀਤੀਆਂ 2017 ਤੋਂ ਲੈ ਕੇ 2021 ਤੱਕ, ਜਿਹੜੀਆਂ ਇਹਨਾਂ ਨੇ ਹਾਇਰ ਕੀਤੀਆਂ ਇਸ ਸਮੇਂ ਦੇ ਵਿੱਚ। 90% ਜਿਹੜੀਆਂ ਇਹਦੇ ਵਿੱਚ ਹੈਗੇ ਇੰਜੀਨੀਅਰ ਨੇ, ਸੌਫਟਵੇਅਰ ਇੰਜੀਨੀਅਰ ਨੇ, ਡਿਜ਼ਾਈਨਰਸ ਨੇ, ਉਹ ਵੀ ਇਸ ਟੈਂਪਰੇਰੀ ਫੋਰਨ ਵਰਕਰ ਤਹਿਤ ਸੱਦੇ ਜਾਂਦੇ ਆ। Amazon ਨੇ ਵੀ ਇਹ ਲੋਕ ਜਿਹੜੇ ਆ ਹਾਇਰ ਕੀਤੇ ਆ। ਸੋ ਹੁਣ ਇਸ ਪ੍ਰੋਗਰਾਮ ਦੇ ਉੱਤੇ ਦੁਬਾਰਾ ਜਿਹੜੀ ਨਜ਼ਰਸਾਨੀ ਕਰਨ ਦੀ ਗੱਲਬਾਤ ਕਹੀ ਜਾ ਰਹੀ ਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਦੇਖਿਆ ਜਾਵੇ ਜਾਂ ਘੱਟੋ ਘੱਟ ਉਹਨਾਂ ਦੇ ਰਾਈਟਸ ਜਿਹੜੇ ਆ ਉਹ ਪ੍ਰੋਟੈਕਟ ਕੀਤੇ ਜਾਣ, ਜਾਂ ਜਿਹੜਾ ਜਿਸ ਕਿਸਮ ਦੇ ਨਾਲ ਇਹਨਾਂ ਨੂੰ ਇਹਦੀ ਫੀਸ ਬਹੁਤ ਥੋੜ੍ਹੀ ਹੁੰਦੀ ਹੈ, ਸਾਰੇ ਕੁਝ $1,000 ਸ਼ਾਇਦ ਹੁਣ ਫੀਸ ਆ। 1973 ਤੋਂ ਲੈ ਕੇ 2013 ਤੱਕ ਇਹਦੀ $1,000 ਵੀ ਫੀਸ ਨਹੀਂ ਸੀ ਹੁੰਦੀ। ਹੁਣ ਉਹਦਾ ਦੁਰਉਪਯੋਗ ਕਿੱਦਾਂ ਹੁੰਦਾ ਬਾਅਦ ਦੇ ਵਿੱਚ, ਹਾਈ ਸਕਿਲਡ ਟੈਕ ਵਰਕਰ ਇਹਨਾਂ ਨੂੰ ਕਿੱਦਾਂ ਰੱਖਦੇ ਆ, ਜਿਹੜੇ ਫਾਰਮ ਵਰਕਰ ਨੇ ਉਹ ਕਿੱਦਾਂ ਰੱਖਦੇ ਆ, ਇਹਦੇ ਵਿੱਚ ਕੀ ਓਵਰਹਾਲ ਹੋਣ ਦੀ ਲੋੜ ਆ ਸਾਰੇ ਕੁਛ ਦੀ, ਜਿਹਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਕਿਸੇ ਕਿਸਮ ਦਾ ਧੱਕਾ ਨਾ ਹੋ ਸਕੇ। ਜਿਵੇਂ ਕੁੱਕ ਨੇ, ਕੁੱਕ ਸਭ ਤੋਂ ਜ਼ਿਆਦਾ ਇੱਥੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ 2017 ਤੋਂ 2019 ਤੱਕ ਆਏ ਆ। 20,000 ਦੇ ਕਰੀਬ ਅਪਰੂਵਲ ਜਿਹੜੀ ਕੁੱਕ ਪੋਜੀਸ਼ਨਸ ਆ ਨੰਬਰ 3 ਦੇ ਉੱਤੇ ਇਹ ਆਈਆਂ, ਜਿਨ੍ਹਾਂ ਦੀ ਡਿਮਾਂਡ ਸਭ ਤੋਂ ਜ਼ਿਆਦਾ ਸੀਗੀ। ਪਹਿਲੇ ਨੰਬਰ ਤੇ ਫਾਰਮ ਵਰਕਰ ਤੇ ਦੂਜੇ ਨੰਬਰ ਦੇ ਉੱਤੇ ਜਿਹੜੇ ਗ੍ਰੀਨ ਹਾਊਸ ਵਰਕਰ ਤੇ ਤੀਜੇ ਨੰਬਰ ਤੇ ਹੁੰਦੇ ਕੁੱਕ ਆਉਂਦੇ, ਜਿਨ੍ਹਾਂ ਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ LMIA ਜਾਂ ਇਹ ਮਿਲਿਆ। ਫੂਡ ਸਰਵਿਸ ਸੁਪਰਵਾਈਜ਼ਰ ਨੇ, ਜਿਹੜੇ ਸ਼ਿਫਟ ਮੈਨੇਜਰ ਨੇ ਫਾਸਟ ਫੂਡ ਰੈਸਟੋਰੈਂਟਸ ਦੇ ਵਿੱਚ, ਇਹ 5ਵੇਂ ਨੰਬਰ ਤੇ ਆਏ ਆ। 15,000 ਉਹਨਾਂ ਨੂੰ ਅਪਰੂਵਲ ਮਿਲੀ ਆ। ਸੋ ਇਹ ਸਾਰੇ ਕੁਛ ਦੇ ਵਿੱਚ ਜਿਹੜੀਆਂ ਹੋਟਲਸ ਦੇ ਵਿੱਚ, ਰੈਸਟੋਰੈਂਟਸ ਦੇ ਵਿੱਚ ਬੰਦੇ ਚਾਹੀਦੇ ਆ, ਉਹਨਾਂ ਸਾਰਿਆਂ ਦੇ ਲਈ ਕੀ ਕ੍ਰਾਈਟੀਰੀਆ ਹੋਣਾ ਚਾਹੀਦਾ, ਕੀ ਇਹਦਾ ਚੈੱਕ ਹੋਣਾ ਚਾਹੀਦਾ ਕਿ ਇਹਨਾਂ ਵਰਕਰਸ ਦੇ ਨਾਲ ਧੱਕਾ ਨਾ ਹੋਵੇ, ਕਿਤੇ ਇਹ ਉਹਨਾਂ ਲੋਕਾਂ ਨੂੰ ਇੱਕ ਘੱਟ ਲੇਬਰ ਦਾ ਜਿਹੜਾ ਤਰੀਕਾ ਤਾਂ ਨਹੀਂ ਹੈ ਕਿ ਉਹਨਾਂ ਨੂੰ ਸਸਤੀ ਲੇਬਰ ਮਿਲਦੀ ਆ ਜਿਹੜੀ ਕੰਮ ਨਹੀਂ ਕਰਦੀ, ਜਿਹੜੀ ਮਾਫੀ ਚਾਹੁੰਦੇ ਜਿਹੜੀ ਸ਼ਿਕਾਇਤ ਨਹੀਂ ਕਰਦੀ, ਜਿਹੜੇ ਆਪਣੇ ਰਾਈਟਸ ਲਈ ਨਹੀਂ ਬੋਲਦੀ, ਤੇ ਫਿਰ ਇਹ ਜ਼ਿਆਦਾ ਪਸੰਦ ਕਰਦੇ ਆ ਉਹਨਾਂ ਲੋਕਾਂ ਨੂੰ। ਪਰ ਜਿਹੜਾ ਕਿ ਇੱਕ ਚੰਗੀ ਗੱਲ ਨਹੀਂ ਆ, ਉਹਨਾਂ ਨੂੰ PR ਦੇਣੀ ਚਾਹੀਦੀ ਆ। ਔਰ ਕੁਦਰਤੀ ਗੱਲ ਆ ਕਿ ਜਿਹੜੀ ਹੁਣ PR ਦੀ ਇਹਨਾਂ ਨੇ ਵੀ ਵਧਾਈ ਆ ਕਿ ਇਹਨਾਂ ਨੇ 4,65,000, ਫਿਰ ਅਗਲੇ ਸਾਲ 4,85,000 ਤੇ ਫਿਰ 5 ਲੱਖ ਬੰਦੇ ਨੂੰ ਇੱਥੇ PR ਦੇਣ ਦੀ ਗੱਲਬਾਤ ਕੀਤੀ ਆ। ਪਰ ਇਹ ਜਿਹੜੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਜਿਹੜੇ ਇਸ ਵੇਲੇ ਦੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 2014 ਦੇ ਵਿੱਚ ਜਦੋਂ ਲਿਬਰਲ ਦੇ ਲੀਡਰ ਹੁੰਦੇ ਸੀ, ਪਹਿਲੇ ਲੀਡਰਾਂ ਦੇ ਵਿੱਚੋਂ ਇੱਕ ਹੁੰਦੇ ਸੀ, ਉਸ ਵੇਲੇ ਕਹਿੰਦੇ ਸੀ ਵੀ ਇਹਦੇ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਆ। ਉਹਨਾਂ ਦੇ ਰਾਜ ਦੇ ਵਿੱਚ ਇਹ ਗਿਣਤੀ ਲਗਾਤਾਰ ਵੱਧਦੀ ਰਹੀ ਆ। ਜੇਸਨ ਕੈਨੀ ਜਿਹੜੇ ਇੰਪਲੋਇਮੈਂਟ ਮਿਨਿਸਟਰ ਸੀਗੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਵਿੱਚ, ਉਹਨਾਂ ਨੇ ਜਿਹੜੀ ਇਹ ਰੈਸਟੋਰੈਂਟ ਇੰਡਸਟਰੀ ਸੀਗੀ ਦੀ ਐਕਸੈਸ ਟੈਂਪਰੇਰੀ ਫੋਰਨ ਵਰਕਰ ਦੀ 2014 ਦੇ ਵਿੱਚ ਖਤਮ ਵੀ ਕਰ ਦਿੱਤੀ ਸੀ। ਬਹੁਤ ਸਾਰੀਆਂ ਇਹਦੇ ਵਿੱਚ ਚੇਂਜਸ ਆਈਆਂ ਆ, ਪਰ ਫਿਰ ਵੀ ਹੁਣ ਜਿਹੜੀ ਗੱਲਬਾਤ ਦੁਬਾਰਾ ਇਹਦੇ ਬਾਰੇ ਚੱਲ ਰਹੀ ਆ
ਕਿ ਇਹਨੂੰ ਇਹ ਜਿਹੜੇ ਰੂਲਸ ਨੇ ਇਹਨਾਂ ਨੂੰ ਕਿਸ ਤਰ੍ਹਾਂ ਬਦਲੇ ਜਾਣਾ ਚਾਹੀਦਾ ਜਾਂ ਇਹਦਾ ਇਕਨੋਮਿਕ ਇੰਪੈਕਟ ਇਹ ਸਾਰੇ ਕੁਛ ਦੇ ਉੱਤੇ ਕੀ ਪੈ ਰਿਹਾ ਟੈਂਪਰੇਰੀ ਫੋਰਨ ਵਰਕਰ ਦੇ ਉੱਤੇ ਲੇਬਰ ਮਾਰਕੀਟ ਦੇ ਵਿੱਚ ਕਿੰਨੀ ਵਰਕਰਸ ਦੀ ਲੋੜ ਆ ਤੇ ਇਹਨਾਂ ਦੇ ਕਿੱਦਾਂ ਰਾਈਟਸ ਪ੍ਰੋਟੈਕਟ ਕੀਤੇ ਜਾ ਰਹੇ ਆ ਇਹਦੇ ਉੱਤੇ ਵੱਖ-ਵੱਖ ਖੇਤਰਾਂ ਦੇ ਵਿੱਚ ਹੁਣ ਚਰਚਾ ਜਿਹੜੀ ਮੁੱਢ ਤੋਂ ਸ਼ੁਰੂ ਹੋ ਰਹੀ ਹੈ। ਮਾਸਕ ਕਿਸੇ ਵੇਲੇ ਕੈਨੇਡਾ ਦੇ ਵਿੱਚ ਜ਼ਰੂਰੀ ਸੀਗਾ ਜਦੋਂ ਕੋਵਿਡ ਸੀਗਾ, ਸਾਰੇ ਲੋਕਾਂ ਨੇ ਇਹਨੂੰ ਪਾਇਆ ਤੇ ਕਈ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ। ਜਿਹੜਾ ਫਰੀडम ਕਨਵੋਏ ਦੀ ਅਸੀਂ ਗੱਲ ਕਰਦੇ ਹਾਂ ਮਾਸਕ ਮੈਂਡੇਟ ਦਾ ਵਿਰੋਧ ਵੀ ਉਹਨਾਂ ਦੇ ਵਿੱਚੋਂ ਇੱਕ ਹਿੱਸਾ ਸੀ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 9 ਨਵੰਬਰ ਅੱਜ ਦਾ ਦਿਨ ਤੇ ਕੈਨੇਡਾ ਦੇ ਵਿੱਚ ਬਹੁਤ ਗਿਣਤੀ ਲੋਕ ਇਹ ਕਹਿ ਰਹੇ ਆ ਕਿ ਜੇਕਰ ਸਰਕਾਰ ਅੱਜ ਮਾਸਕ ਦੁਆਰਾ ਲਾ ਦੇਵੇ ਤਾਂ ਅਸੀਂ ਉਹਨਾਂ ਦੇ ਨਾਲ ਸਹਿਮਤ ਆ। ਮਤਲਬ ਇਨਡੋਰ ਪਬਲਿਕ ਸਪੇਸ ਦੇ ਵਿੱਚ ਤੁਸੀਂ ਜਾਓ ਤੇ ਉੱਥੇ ਮਾਸਕ ਜ਼ਰੂਰੀ, ਕਿਉਂਕਿ ਫਲੂ ਇੰਨਾ ਫੈਲ ਚੁੱਕਿਆ ਇੱਥੇ, ਖੰਘ ਨਜ਼ਲਾ ਜ਼ੁਕਾਮ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਈਵਨ ਅਮਰੀਕਾ ਦੇ ਵਿੱਚ ਇੰਨਾ ਹੋ ਚੁੱਕਿਆ ਕਿ ਲੋਕ ਹੁਣ ਦੁਬਾਰਾ ਮਾਸਕ ਦੀ ਗੱਲਬਾਤ ਕਰ ਰਹੇ। ਇੱਕ ਪੋਲ ਕੰਡਕਟ ਕੀਤੀ ਹੈ ਇੱਕ ਨਿਊਜ਼ ਏਜੰਸੀ ਨੇ, ਉਹ ਕਹਿੰਦੇ 10 ਕੈਨੇਡੀਅਨ ਦੇ ਵਿੱਚੋਂ 7 ਜਣੇ ਇਸ ਗੱਲ ਦੇ ਨਾਲ ਸਹਿਮਤ ਆ ਕਿ ਅਸੀਂ ਇਹਦੇ ਹੱਕ ਦੇ ਵਿੱਚ ਆ ਕਿ ਮਾਸਕ ਦੁਆਰਾ ਲਾ ਦੇਣੇ ਚਾਹੀਦੇ ਆ। ਪਹਿਲਾਂ ਜਿਹੜਾ ਵਿਰੋਧ ਇਹਦਾ ਬਹੁਤ ਹੋਇਆ ਸੀ, ਲੋਕਾਂ ਨੇ ਕੁਛ ਨੇ ਵਿਰੋਧ ਕੀਤਾ ਸੀ, ਲੋਕ ਕਹਿੰਦੇ ਸੀ ਰਿਸਟ੍ਰਿਕਸ਼ਨ ਚੱਕ ਦਿਓ, ਸਾਨੂੰ ਪਾਬੰਦੀਆਂ ਨਾ ਲਾਓ, ਇੰਨੀਆਂ ਪਾਬੰਦੀਆਂ ਕਿਉਂ ਲਾਈਆਂ ਜਾ ਰਹੀਆਂ, ਇਹ ਹਟਣੀਆਂ ਚਾਹੀਦੀਆਂ। ਪਰ ਹੁਣ ਜਦੋਂ ਜਿਹੜੇ ਦੁਬਾਰਾ ਇਹ ਕੋਵਿਡ ਫੈਲ ਰਿਹਾ ਜਾਂ ਇਹ ਕੋਵਿਡ ਆ ਜਾਂ ਇਹਨੂੰ ਜਿਹੜਾ RSV ਕਹਿੰਦੇ ਆ ਜਾਂ ਇਹ ਫਲੂ ਆ, ਇਹ ਸਾਰੇ ਕੁਛ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਆ ਉਹ ਸਾਹਮਣੇ ਆ ਰਹੀਆਂ ਆ ਤੇ ਲੋਕ ਹੁਣ ਦੁਬਾਰਾ ਕਹਿ ਰਹੇ ਕਿ ਜੇਕਰ ਸਰਕਾਰ ਮਾਸਕ ਮੈਂਡੇਟ ਕਰ ਦੇਵੇ ਤਾਂ ਉਸ ਵੇਲੇ ਅਸੀਂ ਇਸ ਗੱਲ ਦੇ ਉੱਤੇ ਇਸ ਹੱਕ ਦੇ ਵਿੱਚ ਆ ਕਿ ਜਿਹੜਾ ਮਾਸਕ ਮੈਂਡੇਟ ਆ ਦੁਆਰਾ ਆ ਜਾਵੇ ਤਾਂ ਅਸੀਂ ਸਰਕਾਰ ਦੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਹੋਵਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।